ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਰਾਮਕਲੀ ਦੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 14 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ, 13 ਪੌੜੀਆਂ ਦੀ। ਅੱਜ ਅਸੀਂ 14ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 963 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਮਨਾਈ, ਛੋੜਿਆ ਹਬ ਕਿਛ ਤਿਆਗੀ, ਹੱਬੇ ਸਾਖ ਕੂੜਾਵੇ ਡਿੱਠੇ ਤੋ ਪੱਲੇ ਟੈਂਡੇ ਲਾਗੀ। ਉਸਤਤ ਦਾ ਮਤਲਬ ਹੈਗਾ ਕਿਸੇ ਦੀ ਵਡਿਆਈ ਕਰਨੀ, ਮਤਲਬ ਝੂਠੀ ਵਡਿਆਈ। ਔਰ ਨਿੰਦਾ ਦਾ ਮਤਲਬ ਹੈਗਾ ਕਿਸੇ ਦੀ ਬਦਖੋਈ ਕਰਨੀ। ਕਈ ਵਾਰ ਐਸਾ ਹੁੰਦਾ ਹੈ ਕਿ ਕਿਸੇ ਵਿੱਚ ਕੋਈ ਗੁਣ ਨਹੀਂ ਹੁੰਦੇ, ਪਰ ਅਸੀਂ ਆਪਣੇ ਸਵਾਰਥ ਕਰਕੇ ਉਹਦੇ ਔਗਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਦੇ ਹਾਂ, ਉਹਨੂੰ ਕਹਿ ਦਿੰਦੇ ਨੇ ਉਸਤਤ। ਔਰ ਕਈ ਵਾਰ ਅਸੀਂ ਆਪਣੇ ਸਵਾਰਥ ਕਰਕੇ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਦੇ ਹਾਂ, ਉਹਨੂੰ ਕਹਿੰਦੇ ਨੇ ਨਿੰਦਿਆ। ਵੰਜਾਈ ਦਾ ਮਤਲਬ ਹੈਗਾ ਸਭ ਛੱਡ ਦਿੱਤੀ ਹੈ, ਤੇ ਤਿਆਗੀ ਦਾ ਮਤਲਬ ਤਿਆਗ ਕੇ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ, ਛੋੜਿਆ ਹਬ ਕਿਛ ਤਿਆਗੀ। ਹੇ ਨਾਨਕ, ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ, ਇਹ ਸਭ ਕੁਝ ਮੈਂ ਛੱਡ ਦਿੱਤਾ ਹੈ, ਇਹ ਸਾਰਾ ਕੁਝ ਮੈਂ ਤਿਆਗ ਦਿੱਤਾ ਹੈ। ਕਿਸੇ ਦੀ ਝੂਠੀ ਉਸਤਤ ਕਰਨੀ, ਨਿੰਦਿਆ ਕਰਨੀ, ਇਹ ਸਾਰਾ ਕੁਝ ਮੈਂ ਛੱਡ ਦਿੱਤਾ ਹੈ। ਤੇ ਇਸ ਨੂੰ ਛੱਡ ਕੇ ਹੱਬੇ ਸਾਖ ਕੂੜਾਵੇ ਡਿੱਠੇ ਤੋ ਪੱਲੇ ਟੈਂਡੇ ਲਾਗੀ। ਕੂੜਾਵੇ ਦਾ ਮਤਲਬ ਝੂਠੇ, ਪੱਲੇ ਟੈਂਡੇ ਦਾ ਮਤਲਬ ਤੇਰੇ ਪੱਲੇ, ਤੇਰੇ ਲੜ। ਤੋ ਦਾ ਮਤਲਬ ਇਸ ਲਈ, ਤਾਂ ਸਾਰੇ ਸਾਖ ਝੂਠੇ ਵੇਖ ਕੇ ਤਾਂ ਮੈਂ ਤੇਰੇ ਪੱਲੇ ਲੱਗੀ ਹਾਂ। ਹੁਣ ਇੱਥੇ ਇਹ ਚੀਜ਼ ਖਾਸ ਇੱਕ ਧਿਆਨ ਮੰਗਦੀ ਹੈ ਕਿ ਹੱਬੇ ਸਾਖ ਕਿਹੜੇ ਨੇ ਜਿਹੜੇ ਝੂਠੇ ਨੇ। ਇਹਦਾ ਮਤਲਬ ਇਹ ਨਹੀਂ ਕਿ ਨਾਨਕੇ ਦਾਦਕੇ ਚਾਚੇ ਤਾਏ ਸਹੁਰੇ ਸੱਜਣ ਮਿੱਤਰ ਇਹ ਸਾਰੇ ਝੂਠੇ ਨੇ, ਜਾਂ ਇਹਨਾਂ ਸਾਕਾਂ ਨੂੰ ਛੱਡ ਦਿੱਤਾ ਹੈ, ਜਾਂ ਇਹਨਾਂ ਸਾਕਾਂ ਦੇ ਨਾਲ ਮਿਲਣਾ ਵਰਤਣਾ ਛੱਡ ਦਿੱਤਾ ਹੈ। ਇਹ ਨਹੀਂ ਹੈ। ਸਾਡੇ ਦੋ ਤਰ੍ਹਾਂ ਦੇ ਸਾਕ ਨੇ। ਸਾਕ ਦਾ ਮਤਲਬ ਸਾਡੇ ਜਿਹੜੇ ਸੰਬੰਧ ਨੇ ਆਪਸੀ, ਦੋ ਤਰ੍ਹਾਂ ਦੇ ਨੇ। ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਅਸੀਂ ਸਿਫਤ ਕਰਦੇ ਹਾਂ, ਜਿਨ੍ਹਾਂ ਦੀ ਅਸੀਂ ਚਾਪਲੂਸੀ ਕਰਦੇ ਹਾਂ। ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਅਸੀਂ ਨਿੰਦਿਆ ਕਰਦੇ ਹਾਂ, ਬਦਖੋਈ ਕਰਦੇ ਹਾਂ। ਤਾਂ ਇਹ ਦੋਵੇਂ ਰਿਸ਼ਤੇ ਮੈਂ ਛੱਡਤੇ ਨੇ, ਝੂਠ ਔਰ ਨਿੰਦਾ ਵਾਲੇ ਦੋਵੇਂ ਰਿਸ਼ਤੇ ਮੈਂ ਛੱਡਤੇ ਨੇ। ਮੈਂ ਕਿਸੇ ਨਾਲ ਐਸਾ ਸੰਬੰਧ ਨਹੀਂ ਬਣਾਇਆ ਕਿ ਕਿਸੇ ਨੂੰ ਮੈਂ ਨਿੰਦਦਾ ਰਹਾ ਔਰ ਕਿਸੇ ਨੂੰ ਮੈਂ ਐਵੇਂ ਹੀ ਸਲਾਉਂਦਾ ਰਹਾਂ। ਐਸੇ ਸਾਰੇ ਉਸਤਤ ਨਿੰਦਿਆ ਦੇ ਸਾਰੇ ਰਿਸ਼ਤਿਆਂ ਨੂੰ ਝੂਠੇ ਸਮਝ ਕੇ ਮੈਂ ਛੱਡ ਦਿੱਤਾ ਹੈ। ਤੋ ਪੱਲੇ ਟੈਂਡੇ ਲਾਗੀ, ਤਾਂ ਮੈਂ ਤੇਰੇ ਪੱਲੇ ਲੱਗੀ ਹਾਂ, ਤਾਂ ਮੈਨੂੰ ਤੇਰਾ ਮਿਲਾਪ ਨਸੀਬ ਹੋਇਆ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ, ਜੋ ਸਾਨੂੰ ਜ਼ਿੰਦਗੀ ਜੀਣ ਲਈ ਇਥੋਂ ਨੁਕਤਾ ਮਿਲ ਰਿਹਾ ਹੈ, ਕਿ ਜੇ ਅਸੀਂ ਨਿੰਦਾ ਔਰ ਉਸਤਤ ਦੇ ਅੰਦਰ ਪੈ ਰਹੀਏ ਤਾਂ ਅਸੀਂ ਸੱਚ ਦੇ ਨਾਲ ਨਹੀਂ ਜੁੜ ਸਕਦੇ। ਸੱਚ ਦੇ ਨਾਲ ਜੁੜਨ ਵਾਸਤੇ ਉਸਤਤ ਔਰ ਨਿੰਦਾ ਦੋਵਾਂ ਨੂੰ ਤਿਆਗਣਾ ਪਵੇਗਾ। ਔਰ ਇਹ ਗੱਲਾਂ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਵੈਸੇ, ਲੇਕਿਨ ਫਿਰ ਵਿਚਾਰਨਾ ਬਣਦਾ ਹੈ। 2 ਤੇ 2 3 ਹੁੰਦੇ ਨੇ, 2 ਤੇ 2 5 ਹੁੰਦੇ ਨੇ, ਔਰ 2 ਤੇ 2 4 ਹੁੰਦੇ ਨੇ। ਇਹਨਾਂ ਤਿੰਨ ਗੱਲਾਂ ਦੇ ਵਿੱਚੋਂ ਸਿਰਫ ਇੱਕ ਗੱਲ ਸੱਚੀ ਹੈ, ਦੋ ਝੂਠੀਆਂ ਨੇ। 2 ਤੇ 2 3 ਕਹਿਣਾ ਇਹ ਵੀ ਗਲਤ ਹੈ, ਤੇ 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 5 ਕਹਿਣਾ ਇਹ ਉਸਤਤ ਹੈ ਤੇ ਗਲਤ ਹੈ। 2 ਤੇ 2 4 ਕਹਿਣਾ ਸੱਚ ਹੈ। ਜੇ ਅਸੀਂ 2 ਤੇ 2 3 ਕਹਿਣਾ ਔਰ 2 ਤੇ 2 5 ਕਹਿਣਾ ਛੱਡਾਂਗੇ, ਤਾਂ ਹੀ ਅਸੀਂ 2 ਤੇ 2 4 ਕਹਿ ਸਕਾਂਗੇ, ਸੱਚ ਦੇ ਨਾਲ ਜੁੜਾਂਗੇ ਨਾ। ਜਦੋਂ ਅਸੀਂ 2 ਤੇ 2 4 ਦੇ ਨਾਲ ਜੁੜ ਜਾਵਾਂਗੇ ਤਾਂ 2 ਤੇ 2 3 ਕਹਿਣਾ ਔਰ 2 ਤੇ 2 5 ਕਹਿਣਾ ਆਟੋਮੈਟਿਕਲੀ ਛੁੱਟ ਜਾਣਗੇ। ਜਦੋਂ ਬੰਦਾ ਕੋਈ ਸੱਚ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹ ਨਾ ਕਿਸੇ ਦੀ ਝੂਠੀ ਬਦਖੋਈ ਕਰਦਾ ਹੈ ਤੇ ਨਾ ਉਹ ਕਿਸੇ ਦੀ ਝੂਠੀ ਖੁਸ਼ਾਮਦ ਕਰਦਾ ਹੈ। ਇੱਥੇ ਉਸਤਤ ਦਾ ਮਤਲਬ ਹੈ ਖੁਸ਼ਾਮਦ। ਖੁਸ਼ਾਮਦ
ਔਰ ਬਦਖੋਈ ਨੂੰ ਛੱਡ ਕੇ ਹੀ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। ਇਸ ਸ਼ਬਦ ਦਾ ਡਾਇਰੈਕਟ ਜੋ ਅਸੀਂ ਵਿਆਹ ਸਮੇਂ ਪੱਲਾ ਫੜਾਉਂਦੇ ਹਾਂ ਉਹਦੇ ਨਾਲ ਸੰਬੰਧ ਨਹੀਂ ਹੈ। ਵੈਸੇ ਪੜਨ ਦੀ ਮਰਿਆਦਾ ਹੈ, ਪੜਿਆ ਜਾਂਦਾ ਹੈ, ਬਾਣੀ ਪੜਨ ਵਿੱਚ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਇੱਥੇ ਮਤਲਬ ਜਿਹੜਾ ਸੰਬੰਧ ਹੈ ਸਿੱਧਾ ਰੱਬ ਦੇ ਨਾਲ ਹੈ। ਜੋ ਰੱਬ ਦੇ ਨਾਲ ਜੁੜਨਾ ਚਾਹੁੰਦਾ ਹੈ ਉਹਨੂੰ ਬਦਖੋਈ ਔਰ ਉਸ ਨੂੰ ਕਿਸੇ ਦੀ ਚਾਪਲੂਸੀ ਵਗੈਰਾ ਛੱਡਣੀ ਹੀ ਪਵੇਗੀ, ਤਾਂ ਹੀ ਰੱਬ ਦੇ ਨਾਲ, ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। हे ਪ੍ਰਭੂ, ਮੈਂ ਇਹਨਾਂ ਝੂਠੇ ਬਦਖੋਈ ਨੂੰ ਔਰ ਝੂਠੀ ਉਸਤਤ ਖੁਸ਼ਾਮਦ ਨੂੰ ਛੱਡ ਕੇ ਤੇਰੇ ਪੱਲੇ ਲੱਗੀਆਂ, ਸੱਚ ਦੇ ਲੜ ਲੱਗਿਆ ਹਾਂ। ਮਹਿਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀਓ ਹੋਂ ਫਾਵੀ ਥੀ, ਥੀ ਨੂੰ ਲੰਬਾ ਕਰ ਦੇਣਾ ਥੋੜਾ ਜਿਹਾ, ਫਾਵੀ ਥੀ ਬਹੁਤ ਦਿਸਾਵਰ ਪੰਧਾ। ਫਿਰਦੀ ਫਿਰਦੀ ਦਾ ਮਤਲਬ ਭਟਕਦੀ ਭਟਕਦੀ। ਫਾਵੀ ਦਾ ਮਤਲਬ ਹੁੰਦਾ ਹੈ ਡੌਰ ਭੋਰਾ ਹੋ ਜਾਣਾ, ਵਿਆਕੁਲ ਹੋ ਜਾਣਾ। ਥੀ ਦਾ ਮਤਲਬ ਹੋ ਗਈ। ਦਿਸਾਵਰ ਦਾ ਮਤਲਬ ਦੋ ਸ਼ਬਦਾਂ ਤੋਂ ਇਹ ਬਣਿਆ ਹੈ, ਦੇਸ਼ ਅਵਰ। ਦੇਸ਼ ਅਵਰ ਦਾ ਮਤਲਬ ਹੋਰ ਹੋਰ ਦੇਸ਼। ਪੰਧਾ ਦਾ ਮਤਲਬ ਪੈਂਡੇ। हे ਨਾਨਕ, ਮੈਂ ਭਟਕਦੀ ਭਟਕਦੀ ਹੋਰ ਦੇਸ਼ਾਂ ਦੇ ਪੈਂਡੇ ਝਾਗਦੀ ਝਾਗਦੀ ਝੱਲੀ ਹੋ ਗਈ, ਵਿਆਕੁਲ ਹੋ ਗਈ। ਮੇਰੇ ਜੀਵਨ ਦੇ ਅੰਦਰ ਭਟਕਣਾ ਬਣ ਗਈ। ਮੇਰੇ ਜੀਵਨ ਦੇ ਅੰਦਰ ਟਿਕਾਵ ਨਹੀਂ ਹੈ। ਮੇਰੇ ਜੀਵਨ ਦੇ ਅੰਦਰ ਸਹਿਜ ਨਹੀਂ, ਖੁਸ਼ੀ ਨਹੀਂ, ਆਨੰਦ ਨਹੀਂ, ਖੇੜਾ ਨਹੀਂ, ਪ੍ਰਸੰਨਤਾ ਨਹੀਂ, ਟਿਕਾਵ ਨਹੀਂ। ਮੈਂ ਦੇਸ਼ ਦੇਸ਼ਾਂਤਰਾਂ ਵਿੱਚ ਭਟਕ ਰਹੀ ਹਾਂ। ਭਾਵ ਮੇਰਾ ਮਨ ਚਾਰ ਚੁਫੇਰੇ ਭਟਕ ਰਿਹਾ ਹੈ। ਇੱਕ ਦੇਸ਼, ਦੂਜੇ ਦੇਸ਼, ਤੀਜੇ ਦੇਸ਼, ਇਸ ਸੰਸਾਰ ਦੇ ਅੰਦਰ ਮੈਂ ਭਟਕਦਾ ਫਿਰਦਾ ਔਰ ਭਟਕ ਭਟਕ ਕੇ ਵਿਆਕੁਲ ਹੋ ਗਿਆ। ਤੇ ਇਹ ਜਿਹੜੀ ਵਿਆਕੁਲਤਾ ਹੈ ਪਰੇਸ਼ਾਨ ਕਰ ਰਹੀ ਹੈ, ਪਰ ਇਹ ਵਿਆਕੁਲਤਾ ਮਿਟੀ ਕਦੋਂ? ਔਰ ਇਸ ਭਟਕਾਵ ਦਾ ਸੋਲੂਸ਼ਨ ਕੀ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਤਾਂ ਹੋਂ ਸੁਖ ਸੁਖਾਲੀ ਸੁੱਤੀ, ਜਾਂ ਗੁਰ ਮਿਲ ਸੱਜਣ ਮੈਂ ਲੱਧਾ। ਇੱਥੇ ਗੁਰ ਮਿਲ ਤੇ ਥੋੜਾ ਵਿਸ਼ਰਾਮ ਲਗਾਉਣਾ ਹੈ। ਇਸ ਪੰਕਤੀ ਦੇ ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਤਾਂ ਹੋਂ ਸੁਖ ਸੁਖਾਲੀ ਸੁੱਤੀ, ਜਾਂ ਗੁਰ ਮਿਲ ਸੱਜਣ ਮੈਂ ਲੱਧਾ। ਲੱਲੇ ਤੇ ਅੱਧਕ ਲਗਾਉਣਾ ਹੈ। ਸੁਖ ਦਾ ਮਤਲਬ ਸੁਖ ਨਾਲ, ਸੁਖਾਲੀ ਦਾ ਮਤਲਬ ਸੁਖੀ, ਸੁੱਤੀ ਦਾ ਮਤਲਬ ਟਿਕੀ, ਗੁਰਮਿਲ ਦਾ ਮਤਲਬ ਗੁਰੂ ਨੂੰ ਮਿਲ ਕੇ, ਲੱਧਾ ਦਾ ਮਤਲਬ ਲੱਭ ਲਿਆ। ਪਰ ਜਦੋਂ ਮੈਂ ਸਤਿਗੁਰੂ ਨੂੰ ਮਿਲ ਕੇ ਸੱਜਣ ਪ੍ਰਭੂ ਨੂੰ ਲੱਭ ਲਿਆ ਤਾਂ ਮੈਂ ਬੜੇ ਸੁੱਖ ਦੇ ਨਾਲ ਸੌਂ ਗਈ। ਭਾਵ ਕਿ ਮੇਰੇ ਮਨ ਦੇ ਅੰਦਰ ਪੂਰਨ ਆਨੰਦ ਬਣ ਗਿਆ। ਸੌਣ ਦਾ ਮਤਲਬ ਇਹ ਹੈ ਟਿਕ ਜਾਣਾ, ਆਨੰਦ ਬਣ ਜਾਣਾ। ਜਦੋਂ ਮੈਂ ਗੁਰੂ ਨੂੰ ਮਿਲ ਕੇ ਆਪਣੇ ਹੀ ਅੰਦਰੋਂ ਪ੍ਰਭੂ ਨੂੰ ਲੱਭ ਲਿਆ ਤਾਂ ਮੇਰੇ ਮਨ ਅੰਦਰ ਖੁਸ਼ੀ ਬਣ ਗਈ, ਖੇੜਾ ਬਣ ਗਿਆ, ਆਨੰਦ ਵਿਗਾਸਤਾ ਆ ਗਈ, ਮੇਰੇ ਅੰਦਰ ਟਿਕਾਵ ਆ ਗਿਆ। ਤਾਂ ਜੇ ਕਿਸੇ ਦੀ ਜ਼ਿੰਦਗੀ ਦੇ ਅੰਦਰ ਭਟਕਣਾ ਹੈ, ਮਨ ਦੇ ਅੰਦਰ ਅਨੇਕਾਂ ਨੈਗੇਟਿਵ ਵਿਚਾਰ ਆ ਰਹੇ ਨੇ, ਜਾਂ ਕੋਈ ਓਵਰ ਥਿੰਕਿੰਗ ਦਾ ਸ਼ਿਕਾਰ ਹੈ, ਜਾਂ ਇਸ ਜਗਤ ਦੇ ਅੰਦਰ ਦੁੱਖਾਂ ਦੇ ਅੰਦਰ ਭਟਕ ਰਿਹਾ ਹੈ, ਤਾਂ ਉਹਦਾ ਇੱਕ ਹੀ ਇਲਾਜ ਹੈ ਕਿ ਉਹ ਗੁਰੂ ਦੇ ਗਿਆਨ ਰਾਹੀਂ ਜ਼ਿੰਦਗੀ ਜੀਵੇ ਔਰ ਆਪਣੇ ਹੀ ਅੰਦਰੋਂ ਰੱਬੀ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਉਹ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਪੌੜੀ। ਸਭੇ ਦੁੱਖ ਸੰਤਾਪ ਜਾਂ ਤੁਧੂ ਭੁੱਲੀਏ। ਸੰਤਾਪ ਦਾ ਮਤਲਬ ਮਨ ਦੇ ਕਲੇਸ਼, ਭੁੱਲੀਏ ਦਾ ਮਤਲਬ ਜੇ ਖੁੰਝ ਜਾਈਏ। ਕਿ हे ਪ੍ਰਭੂ, ਜਦੋਂ ਤੇਰੀ ਯਾਦ ਤੋਂ ਖੁੰਝ ਜਾਈਏ ਤਾਂ ਮਨ ਨੂੰ ਸਾਰੇ ਦੁੱਖ ਕਲੇਸ਼ ਆ ਵਾਪਰਦੇ ਨੇ। ਮਨ ਨੂੰ ਸਾਰੇ ਦੁੱਖ ਕਲੇਸ਼ ਆ ਘੇਰਦੇ ਨੇ। ਮਨ ਦੁਖੀ ਔਰ ਅਸ਼ਾਂਤ ਔਰ ਪਰੇਸ਼ਾਨ ਹੋ ਜਾਂਦਾ ਹੈ। ਕਦੋਂ? ਜਦੋਂ ਤੇਰੇ ਤੋਂ ਖੁੰਝ ਜਾਈਦਾ। ਹੁਣ ਇਹ ਗੱਲ ਸਮਝਣ ਵਾਲੀ ਹੈ। ਬਾਣੀ ਵਿੱਚ ਹੋਰ ਜਗ੍ਹਾ ਵੀ ਆਇਆ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲਣ ਦਾ ਮਤਲਬ ਕੀ ਹੈ? ਰੱਬੀ ਗੁਣਾਂ ਨੂੰ ਭੁੱਲ ਜਾਣਾ। ਜਦੋਂ ਬੰਦੇ ਦੀ ਸੋਚ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ ਆਦਿਕ ਸ਼ੁਭ ਗੁਣ ਨਹੀਂ ਰਹਿੰਦੇ, ਜਦੋਂ ਬੰਦੇ ਦੀ ਸੁਰਤ ਇਹਨਾਂ ਗੁਣਾਂ ਨਾਲੋਂ ਟੁੱਟ ਜਾਂਦੀ ਹੈ, ਉਦੋਂ ਬੰਦੇ ਦੇ ਅੰਦਰ ਕਾਮ, ਕ੍ਰੋਧ, ਲੋਭ ਆਦਿਕ ਵਿਕਾਰ ਆ ਜਾਂਦੇ ਨੇ, ਤੇ ਉਦੋਂ ਹੀ ਬੰਦੇ ਦੇ ਅੰਦਰ ਦੁੱਖ ਵੀ ਆ ਜਾਂਦੇ ਨੇ। ਤਾਂ ਸਾਰੇ ਦੁੱਖਾਂ ਦਾ ਕਾਰਨ ਹੈ ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਣਾ। ਤਾਂ हे ਮਾਲਕ ਜੀ, ਜਦੋਂ ਤੇਰੇ ਤੋਂ ਖੁੰਝੀਦਾ ਹੈ, ਜਦੋਂ ਤੇਰੇ ਗੁਣਾਂ ਦੇ ਨਾਲੋਂ ਟੁੱਟੀਦਾ ਹੈ, ਉਦੋਂ ਸਾਰੇ ਹੀ ਦੁੱਖ ਸੰਤਾਪ ਮਨੁੱਖ ਨੂੰ ਆ ਕੇ ਘੇਰ ਲੈਂਦੇ ਨੇ, ਵਿਆਪ ਜਾਂਦੇ ਨੇ। ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਏ।
ਕੀਚਨ ਦਾ ਮਤਲਬ ਕੀਤੇ ਜਾਣ, ਤੇ ਕੁਲੀਏ ਦਾ ਮਤਲਬ ਇੱਥੇ ਹੈ ਛੁੱਟਣਾ, ਬਚਣਾ। ਕਹੀਂ ਨਾ ਦਾ ਮਤਲਬ ਕਿਸੇ ਵੀ ਉਪਾਅ ਦੇ ਨਾਲ। ਜੇ ਕੀਚਨ ਲੱਖ ਉਪਾਅ, ਜੇ ਲੱਖਾਂ ਉਪਾਅ ਕੀਤੇ ਜਾਣ ਦੁੱਖਾਂ ਤੋਂ ਬਚਣ ਦੇ, ਤਾਂ ਕਿਸੇ ਉਪਾਅ ਦੇ ਨਾਲ ਦੁੱਖਾਂ ਤੋਂ ਨਹੀਂ ਬਚਿਆ ਜਾ ਸਕਦਾ। ਜਿੰਨੇ ਮਰਜ਼ੀ ਲੱਖਾਂ ਉਪਾਅ ਕਰ ਲੋ। ਦੇਖੋ, ਜੇ ਕੇਵਲ ਇਕੱਲੀ ਪੰਕਤੀ ਬੰਦਿਆਂ ਦੀ ਸਮਝ ਚ ਆ ਜਾਏ ਨਾ ਲੋਕਾਂ ਦੀ, ਤਾਂ ਜਿੰਨਾ ਵੀ ਧਰਮ ਦੇ ਨਾਮ ਤੇ ਇਮੋਸ਼ਨਲ ਬਲੈਕਮੇਲਿੰਗ ਹੋ ਰਹੀ ਹੈ, ਉਹ ਸਾਰੀ ਦੀ ਸਾਰੀ ਖਤਮ ਹੋ ਸਕਦੀ ਹੈ। ਲੱਖਾਂ ਉਪਾਅ ਕਰਨ ਦੇ ਨਾਲ ਵੀ ਦੁੱਖਾਂ ਤੋਂ ਬਚ ਨਹੀਂ ਸਕੀਦਾ। ਚਾਹੇ ਵਰਤ ਰੱਖ ਲਓ, ਨਰਾਤੇ ਰੱਖ ਲਓ, ਸਰਾਧ ਕਰ ਲਓ, ਤੀਰਥਾਂ ਤੇ ਨਹਾ ਲਓ, ਜੋਤਾਂ ਜਗਾ ਲਓ, ਕੁੰਭ ਜੋਤ ਨਾਰੀਅਲ ਚੱਕੀ ਫਿਰੋ, ਸ਼ਨੀ ਦੇਵਤੇ ਦਾ ਤੇਲ ਪਾਉਂਦੇ ਫਿਰੋ, ਸਮਾਧੀਆਂ ਲਾ ਲਓ, ਜੰਗਲਾਂ ਵਿੱਚ ਚਲੇ ਜਾਓ, ਬਾਬੇ ਬਣ ਜਾਓ, ਪਹਾੜਾਂ ਦੀਆਂ ਕੰਦਰਾਂ ਵਿੱਚ ਵੜ ਜਾਓ, ਜਲ ਧਾਰਾਵਾਂ ਕਰ ਲਓ, ਤਪ ਤਪੱਸਿਆ ਕਰ ਲਓ, ਪੁੰਨ ਦਾਨ ਕਰ ਲਓ, ਜਿੰਨੇ ਮਰਜ਼ੀ ਉਪਾਅ ਕਰ ਲਓ, ਕਿਸੇ ਜੋਤਸ਼ੀ ਕੋਲ ਚਲੇ ਜਾਓ, ਬਾਬੇ ਕੋਲ ਚਲੇ ਜਾਓ, ਪੀਰਾਂ ਨੂੰ ਮੱਥੇ ਟੇਕ ਲਓ, ਦੇਵੀ ਦੇਵਤਿਆਂ ਨੂੰ ਮਨਾ ਲਓ, ਜਿੰਨੇ ਮਰਜ਼ੀ ਉਪਾਅ ਕਰ ਲਓ, ਰੱਬੀ ਗੁਣਾਂ ਨੂੰ ਤਿਆਗ ਕੇ ਕਦੇ ਬੰਦਾ ਸੁਖੀ ਔਰ ਸ਼ਾਂਤ ਨਹੀਂ ਹੋ ਸਕਦਾ। ਜੇ ਗੁਣਾਂ ਨਾਲੋਂ ਬੰਦਾ ਅੰਦਰੋਂ ਟੁੱਟਿਆ ਹੈ ਨਾ, ਜੇ ਸੁਰਤ ਦੇ ਅੰਦਰ ਗੁਣ ਨਹੀਂ, ਬੋਲਾਂ ਵਿੱਚ ਗੁਣ ਨਹੀਂ, ਬਿਹੇਵੀਅਰ ਵਿੱਚ ਗੁਣ ਨਹੀਂ, ਤਾਂ ਬਾਕੀ ਜਿੰਨੇ ਮਰਜ਼ੀ ਉਪਾਅ ਕਰੀ ਜਾਓ, ਪਾਠ ਪੂਜਾ ਕਰੀ ਜਾਓ, ਕਦੇ ਵੀ ਦੁੱਖਾਂ ਤੋਂ ਬਚ ਨਹੀਂ ਸਕਦੇ। ਇੱਕੋ ਹੀ ਸਾਧਨ ਹੈ ਰੱਬੀ ਗੁਣਾਂ ਦੇ ਨਾਲ ਜੁੜ ਜਾਣਾ। ਜਿਸ ਨੂੰ ਵਿਸਰੇ ਨਾਉ ਸੋ ਨਿਰਧਨ ਕਾਂਢੀਐ। ਇੱਥੇ ਨਾਉ ਦਾ ਮਤਲਬ ਹੈ ਸਿਫਤ ਸਲਾਹ, ਨਿਰਧਨ ਦਾ ਮਤਲਬ ਗਰੀਬ, ਕੰਗਾਲ, ਕਾਂਢੀਏ ਦਾ ਮਤਲਬ ਗਿਣਿਆ ਜਾਂਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫਤ ਸਲਾਹ ਭੁੱਲ ਜਾਏ, ਰੱਬੀ ਗੁਣ ਭੁੱਲ ਜਾਣ, ਜੋ ਰੱਬੀ ਰਜ਼ਾ ਵਿੱਚ ਤੁਰਨਾ ਭੁੱਲ ਜਾਏ, ਸੋ ਨਿਰਧਨ ਕਾਂਢੀਐ, ਉਹਨੂੰ ਦੁਨੀਆ ਦਾ ਕੰਗਾਲ ਗਿਣਿਆ ਜਾਂਦਾ ਹੈ। ਉਹ ਮਨੁੱਖ ਕੰਗਾਲ ਹੈ, ਉਹ ਗਰੀਬ ਹੈ, ਜਿਸ ਨੂੰ ਪ੍ਰਭੂ ਦੀ ਸਿਫਤ ਸਲਾਹ ਭੁੱਲ ਗਈ ਹੈ। ਜਿਸ ਦੇ ਮਨ ਵਿੱਚ ਰੱਬੀ ਗੁਣ ਨਹੀਂ, ਜਿਸ ਦੇ ਬੋਲਾਂ ਵਿੱਚ ਰੱਬੀ ਗੁਣ ਨਹੀਂ, ਜਿਸ ਦੇ ਬਿਹੇਵੀਅਰ ਵਿੱਚ ਗੁਣ ਨਹੀਂ, ਦੁਨੀਆ ਦਾ ਕੰਗਾਲ ਇਨਸਾਨ ਹੈ। ਔਰ ਇਹ ਵਿਆਖਿਆ ਆਪਾਂ ਰੋਜ਼ ਕਰ ਰਹੇ ਹਾਂ ਕਿ ਇੱਕ 90,000 ਰੁਪਇਆ ਤਨਖਾਹ ਲੈਣ ਵਾਲਾ ਬੰਦਾ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੈ, ਤਾਂ ਇਸ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ ਹੈ। ਜੋ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰ ਰਿਹਾ ਹੈ, ਉਸ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ ਹੈ। ਜੋ ਕਿਸੇ ਦੇ ਬੇਗਾਨੇ ਹੱਕ ਖਾ ਜਾਂਦਾ ਹੈ, ਉਹਦੇ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ ਹੈ। ਜੋ ਬੇਗਾਨੀ ਧੀ ਭੈਣ ਨੂੰ ਨਜ਼ਰ ਮਾੜੀ ਨਾਲ ਵੇਖਦਾ, ਉਸ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਸਲੀ ਕੰਗਾਲ ਉਹਨੂੰ ਗਿਣਿਆ ਜਾਣਾ ਚਾਹੀਦਾ ਹੈ ਜਿਸ ਨੂੰ ਰੱਬੀ ਸਿਫਤ ਸਲਾਹ ਭੁੱਲ ਗਈ ਹੈ, ਜਿਸ ਨੇ ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਜਿਸ ਨੂੰ ਵਿਸਰੇ ਨਾਉ ਸੋ ਜੋਨੀ ਹਾਂਡੀਏ। ਹਾਂਡੀਏ ਦਾ ਮਤਲਬ ਹੰਡਦਾ ਹੈ, ਭਟਕਦਾ ਹੈ, ਫਿਰਦਾ ਹੈ। ਨਾਉ ਦਾ ਮਤਲਬ ਸਿਫਤ ਸਲਾਹ। ਜਿਸ ਨੂੰ ਪ੍ਰਭੂ ਦੀ ਸਿਫਤ ਸਲਾਹ ਭੁੱਲ ਜਾਏ, ਉਹ ਪਸ਼ੂ ਬਿਰਤੀਆਂ ਦੇ ਵਿੱਚ ਭਟਕਦਾ ਹੈ। ਤੇ ਜੋਨੀ ਦਾ ਮਤਲਬ ਪਸ਼ੂ ਬਿਰਤੀਆਂ। ਉਹ ਪਸ਼ੂ ਬਿਰਤੀਆਂ ਦੇ ਅੰਦਰ ਭਟਕਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀਆਂ ਜੂਨਾਂ ਦੇ ਅੰਦਰ ਉਹ ਭਟਕਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹੁੰਦੇ ਹਾਂ, ਉਦੋਂ ਬੰਦਾ ਕਾਂ ਦੀ ਜੂਨ ਵਿੱਚ ਹੁੰਦਾ ਹੈ। ਜਦੋਂ ਬੰਦਾ ਟੁੱਟ ਕੇ ਸੱਪ ਦੀ ਤਰ੍ਹਾਂ ਪੈਂਦਾ ਨਾ ਗੁੱਸੇ ਨਾਲ ਕਿਸੇ ਨੂੰ, ਉਦੋਂ ਬੰਦਾ ਸੱਪ ਦੀ ਜੂਨ ਵਿੱਚ ਹੁੰਦਾ ਹੈ। ਜਦੋਂ ਬੰਦਾ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਉਂਦਾ ਹੈ, ਉਦੋਂ ਬੰਦਾ ਹਾਥੀ ਦੀ ਜੂਨ ਵਿੱਚ ਹੁੰਦਾ ਹੈ। ਤੇ ਜਦੋਂ ਬੰਦਾ ਬੇਵਕੂਫੀਆਂ ਕਰਦਾ ਹੈ, ਉਦੋਂ ਬੰਦਾ ਖੋਤੇ ਦੀ ਜੂਨ ਵਿੱਚ ਹੁੰਦਾ ਹੈ। ਤੇ ਜਦੋਂ ਬੰਦਾ ਬੇਗਾਨੇ ਹੱਕ ਖਾ ਰਿਹਾ ਹੁੰਦਾ ਹੈ, ਉਦੋਂ ਬੰਦਾ ਕੁੱਤੇ ਦੀ ਜੂਨ ਵਿੱਚ ਹੁੰਦਾ ਹੈ। ਇਸ ਤਰ੍ਹਾਂ ਉਹਦੀ ਸੁਰਤ ਇਹਨਾਂ ਪਸ਼ੂ ਬਿਰਤੀਆਂ ਦੇ ਅੰਦਰ ਭਟਕਦੀ ਰਹਿੰਦੀ ਹੈ। ਕਿਦੀ? ਜਿਹਨੂੰ ਗੁਣ ਭੁੱਲ ਜਾਣ, ਜਿਹਦੇ ਹਿਰਦੇ ਅੰਦਰ ਗੁਣ ਨਹੀਂ, ਜਿਸ ਦੀ ਸੋਚ ਵਿੱਚ ਰੱਬੀ ਗੁਣ ਨਹੀਂ, ਉਹ ਇਨਸਾਨ ਪਸ਼ੂ ਬਿਰਤੀਆਂ ਦੇ ਅੰਦਰ ਭਟਕਦਾ ਰਹਿੰਦਾ ਹੈ। ਜਿਸ ਖਸਮ ਨਾ ਆਵੇ ਚਿੱਤ, ਤਿਸ ਜਮ ਡੰਡ ਦੇ। ਡੰਡ ਦਾ ਮਤਲਬ ਸਜ਼ਾ। ਜਿਸ ਪ੍ਰਭੂ ਦੇ ਚਿੱਤ ਵਿੱਚ, ਜਿਸ ਦੀ ਸੋਚ ਅੰਦਰ ਰੱਬੀ ਗੁਣ ਨਹੀਂ, ਰੱਬ ਨਹੀਂ, ਜਿਹਦੀ ਯਾਦ ਵਿੱਚ ਰੱਬੀ ਗੁਣ ਨਹੀਂ, ਜੋ ਰੱਬੀ ਰਜ਼ਾ ਵਿੱਚ ਨਹੀਂ ਚੱਲਦਾ, ਰੱਬੀ ਗੁਣ ਜਿਸ ਨੇ ਭੁਲਾ ਦਿੱਤੇ ਨੇ, ਜਿਹਦੇ ਚੇਤੇ ਵਿੱਚ ਰੱਬੀ ਗੁਣ ਨਹੀਂ ਹਨ, ਤਿਸ ਜਮ ਡੰਡ ਦੇ, ਉਹਨੂੰ ਜਮ ਸਜ਼ਾ ਦਿੰਦੇ ਨੇ। ਉਹ ਜਮਾਂ ਦੀ ਸਜ਼ਾ ਭੁਗਤਦਾ ਹੈ। ਤੇ ਜਮਾਂ ਦਾ ਮਤਲਬ ਇਹ ਨਹੀਂ ਕਿ ਜੋ ਮਰਨ ਤੋਂ ਬਾਅਦ ਜਮ ਆਉਂਦੇ ਨੇ ਜਾਂ ਮੌਤ ਵੇਲੇ ਆਉਂਦੇ ਨੇ, ਬਰਛੇ ਲੈ ਕੇ ਤੇ ਹੱਡੀਆਂ ਤੋੜਦੇ ਨੇ, ਉਹ ਜਮ ਨਹੀਂ। ਇੱਥੇ ਜਮ ਦਾ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ ਆਦਿਕ ਜਿਹੜੇ ਇਹ ਵਿਕਾਰ ਨੇ, ਉਹ ਉਹਦੀ ਸੁਰਤ ਨੂੰ ਜਕੜ ਕੇ ਰੱਖਦੇ ਨੇ,
ਔਰ ਉਹ ਵਿਕਾਰਾਂ ਦੇ ਕਾਰਨ ਦੁੱਖ ਸਹਾਰਦਾ ਹੈ ਔਰ ਆਤਮਕ ਮੌਤੇ ਮਰਿਆ ਰਹਿੰਦਾ ਹੈ। ਉਹਨੂੰ ਇਹ ਵਿਕਾਰ ਦੁਖੀ ਕਰਦੇ ਨੇ, ਉਹਦੀ ਜੀਵਨ ਦੇ ਅੰਦਰ ਅਸ਼ਾਂਤੀ ਬਣੀ ਰਹਿੰਦੀ ਹੈ, ਜਿਸ ਦੇ ਚਿੱਤ ਵਿੱਚ ਰੱਬੀ ਗੁਣ ਨਹੀਂ ਹਨ। ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਦਾ ਮਤਲਬ ਗਿਣੇ ਜਾਂਦੇ ਨੇ, ਸੇ ਦਾ ਮਤਲਬ ਉਹ ਬੰਦੇ। ਜੇ ਸਾਹ ਹੁੰਦਾ ਫਿਰ ਇੱਕ ਬੰਦੇ ਲਈ ਹੋਣਾ ਸੀ ਸਿੰਗੂਲਰ ਸ਼ਬਦ, ਸੇ ਸ਼ਬਦ ਪਲੂਰਲ ਹੈ। ਤਾਂ ਜਿਸ ਮਨੁੱਖ ਦੇ ਚਿੱਤ ਵਿੱਚ ਖਸਮ ਪ੍ਰਭੂ ਨਹੀਂ ਆਉਂਦਾ, ਚਿੱਤ ਦਾ ਮਤਲਬ ਸੋਚ, ਮੈਂਟੈਲਿਟੀ, ਜਿਸ ਦੀ ਸੋਚ ਅੰਦਰ ਰੱਬ ਨਹੀਂ ਹੈ, ਰੱਬੀ ਗੁਣ ਨਹੀਂ ਹੈ, ਐਸੇ ਬੰਦੇ ਰੋਗੀ ਗਿਣੇ ਜਾਂਦੇ ਨੇ। ਐਸੇ ਲੋਕ ਰੋਗੀ ਨੇ ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬ ਨਹੀਂ ਹੈ। ਹੁਣ ਜਿੰਨੇ ਵੀ ਤੁਸੀਂ ਦੇਖੋਗੇ ਨਾ, ਆਮ ਜੋ ਲੋਕ ਨੇ ਜਿਨ੍ਹਾਂ ਦੀ ਸੋਚ ਅੰਦਰ ਸੱਚ ਨਹੀਂ, ਉਹਨਾਂ ਨੂੰ ਕੋਈ ਨਾ ਕੋਈ ਰੋਗ ਚਿੰਬੜਿਆ ਹੋਇਆ ਹੈ, ਕਿਸੇ ਨੂੰ ਕਾਮ ਦਾ ਤੇ ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ ਦਾ ਤੇ ਕਿਸੇ ਨੂੰ ਮੋਹ ਦਾ। ਔਰ ਯਾਦ ਰੱਖਣਾ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਐਸੇ ਵਿਕਾਰ ਆ ਜਾਂਦੇ ਨੇ, ਨੈਗੇਟਿਵਿਟੀ ਆ ਜਾਂਦੀ ਹੈ, ਆਖਿਰ ਉਹ ਬੰਦੇ ਓਵਰ ਥਿੰਕਿੰਗ ਦਾ ਸ਼ਿਕਾਰ ਵੀ ਹੋ ਜਾਂਦੇ ਨੇ, ਮਾਨਸਿਕ ਰੋਗਾਂ ਦੇ ਨਾਲ ਗ੍ਰਸੇ ਜਾਂਦੇ ਨੇ, ਉਹ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਜਾਂਦੇ ਨੇ, ਉਹ ਡਿਪਰੈਸ਼ਨ, ਨਿਊਰੋਸਥੀਨੀਆ ਆਦਿਕ ਦਾ ਸ਼ਿਕਾਰ ਹੋ ਜਾਂਦੇ ਨੇ, ਮਾਨਸਿਕ ਤੌਰ ਤੇ ਰੋਗੀ ਹੋ ਜਾਂਦੇ ਨੇ। ਔਰ ਐਸੇ ਰੋਗੀਆਂ ਦੇ ਨਾਲ ਇਹ ਸਮਾਜ ਭਰਿਆ ਪਿਆ ਹੈ। ਅੰਦਰ ਕਾਮ ਆਦਿਕ ਦੇ ਰੋਗ, ਵਿਕਾਰ, ਪਾਪ ਅਪਰਾਧਾਂ ਦੇ ਰੋਗ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਦੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ, ਐਸੇ ਇਨਸਾਨ ਰੋਗੀ ਗਿਣੇ ਜਾਂਦੇ ਨੇ, ਉਹ ਰੋਗੀ ਨੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ। ਖਰੋ ਦਾ ਮਤਲਬ ਬਹੁਤ ਵੱਡਾ, ਅਹੰਕਾਰੀਆ ਦਾ ਮਤਲਬ ਹੰਕਾਰੀ। ਜਿਸ ਮਨੁੱਖ ਦੇ ਚਿੱਤ ਵਿੱਚ ਖਸਮ ਨਹੀਂ ਆਉਂਦਾ, ਜਿਸ ਦੀ ਸੁਰਤ ਵਿੱਚ ਰੱਬੀ ਗੁਣ ਨਹੀਂ ਹਨ, ਉਹ ਬੜਾ ਵੱਡਾ ਹੰਕਾਰੀ ਹੈ ਔਰ ਉਹ ਹਮੇਸ਼ਾ ਮੈਂ ਕਰਦਾ ਰਹੇਗਾ। ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਹੋਣਗੇ। ਉਹ ਹਰ ਥਾਂ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰੇਗਾ। ਹੰਕਾਰੀ ਬੰਦਾ ਬਾਜ਼ਾਰ ਵਿੱਚ ਜਾਏਗਾ, ਬਾਜ਼ਾਰ ਸੌੜਾ ਹੋ ਜਾਂਦਾ ਹੈ, ਹੰਕਾਰੀ ਚੌੜਾ ਹੋ ਜਾਂਦਾ ਹੈ। ਹੰਕਾਰੀ ਬੰਦਾ ਚਾਰ ਬੰਦਿਆਂ ਦੇ ਵਿੱਚ ਇੰਜ ਆਕੜ ਕੇ ਖਲੋਤਾ ਹੁੰਦਾ ਹੈ ਜਿਵੇਂ ਦੁਸ਼ਹਿਰੇ ਦੀ ਸ਼ਾਮ ਨੂੰ ਰਾਵਣ ਦਾ ਬੁੱਤ ਖਿਲਾਰਿਆ ਹੁੰਦਾ ਹੈ। ਹੰਕਾਰੀ ਬੰਦਾ ਕਿਸੇ ਦੂਜੇ ਦੀ ਭਾਵਨਾ ਦੀ ਕਦਰ ਨਹੀਂ ਕਰਦਾ, ਉਹ ਆਪਣੇ ਆਪ ਨੂੰ ਹੀ ਉੱਚਾ ਔਰ ਮਹਾਨ ਸਮਝਣ ਦਾ ਯਤਨ ਕਰਦਾ ਹੈ। ਕੁਝ ਐਸੇ ਹੁੰਦੇ ਨੇ ਤੇ ਕੁਝ ਇਨਫੀਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਮਨ ਅੰਦਰ ਰੱਬੀ ਗੁਣ ਨਹੀਂ ਹਨ, ਉਹ ਬੜਾ ਵੱਡਾ ਹੰਕਾਰੀ ਹੁੰਦਾ ਹੈ, ਉਹਦਾ ਤਾਲਮੇਲ ਕਿਸੇ ਦੇ ਨਾਲ ਬਣਦਾ ਨਹੀਂ, ਤੇ ਐਸੇ ਲੋਕਾਂ ਦੇ ਪਰਿਵਾਰਕ ਜੀਵਨ ਵੀ ਬੜੇ ਦੁਖੀ ਹੁੰਦੇ ਨੇ। ਐਸੇ ਲੋਕਾਂ ਦੇ ਨਾਲ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਦੁਹੇਲਾ ਦਾ ਮਤਲਬ ਦੁਖੀ, ਜਗ ਦਾ ਮਤਲਬ ਜਗ ਵਿੱਚ, ਵਿਸਾਰੀਆ ਦਾ ਮਤਲਬ ਜਿਸ ਨੇ ਵਿਸਾਰ ਦਿੱਤਾ ਹੈ। ਜਿਸ ਮਨੁੱਖ ਨੇ ਰੱਬੀ ਸਿਫਤ ਸਲਾਹ ਵਿਸਾਰ ਦਿੱਤੀ ਹੈ, ਰੱਬੀ ਹੁਕਮ ਵਿਸਾਰ ਦਿੱਤਾ ਹੈ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦਾ, ਜੋ ਮਨ ਵਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਨਹੀਂ ਹੈ, ਐਸ ਜਗਤ ਦੇ ਅੰਦਰ ਉਹ ਇਨਸਾਨ ਦੁਖੀ ਹੈ। ਉਹ ਇਨਸਾਨ ਦੁਖੀ ਹੈ। ਤੇ ਯਾਦ ਰੱਖਣਾ, ਐਸੇ ਦੁਖੀ ਇਨਸਾਨਾਂ ਕਰਕੇ ਬਾਕੀ ਜਗਤ ਵੀ ਦੁਖੀ ਹੈ। ਕਿਉਂਕਿ ਜਿਸ ਮਨੁੱਖ ਦੇ ਕੋਲ ਜਿਹੜੀ ਸ਼ੈ ਹੁੰਦੀ ਹੈ, ਉਹ ਚੀਜ਼ ਵੰਡਦਾ ਹੈ, ਉਹ ਚੀਜ਼ ਵੰਡਦਾ ਹੈ। ਜਿਹਦੇ ਕੋਲ ਖੁਸ਼ੀ ਹੋਏਗੀ, ਉਹ ਜਿੱਥੇ ਜਾਏਗਾ ਖੁਸ਼ੀ ਵੰਡੇਗਾ। ਜਿਹਦੇ ਅੰਦਰ ਪੋਜ਼ਿਟਿਵਿਟੀ ਹੈ, ਜਿੱਥੇ ਜਾਏਗਾ ਪੋਜ਼ਿਟਿਵਿਟੀ ਵੰਡੇਗਾ। ਤੇ ਜਿਸ ਦੇ ਅੰਦਰ ਨੈਗੇਟਿਵਿਟੀ ਹੈ, ਉਹ ਨੈਗੇਟਿਵਿਟੀ ਵੰਡੇਗਾ। ਜੋ ਆਪ ਪਰੇਸ਼ਾਨ ਹੈ, ਉਹ ਆਪਣੀਆਂ ਪਰੇਸ਼ਾਨੀਆਂ ਫੈਲਾਏਗਾ। ਉਹ ਪ੍ਰੋਬਲਮ ਮੇਕਰ ਜਾਂ ਪ੍ਰੋਬਲਮ ਕ੍ਰੀਏਟਰ ਹੋ ਜਾਂਦੇ ਨੇ ਐਸੇ ਲੋਕ। ਤਾਂ ਗੁਰੂ ਜੀ ਕਹਿੰਦੇ ਨੇ, ਉਹ ਇਨਸਾਨ ਜਗਤ ਦੇ ਅੰਦਰ ਦੁਖੀ ਹੈ, ਜਿਨਨੇ ਰੱਬੀ ਰਜਾ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ। ਸ਼ਲੋਕ ਮਹਿਲਾ ਪੰਜਵਾਂ। ਤੈਂਡੀ ਬੰਦਸ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਟੈਂਡੀ ਦਾ ਮਤਲਬ ਤੇਰੀ, ਬੰਦਸ ਦਾ ਮਤਲਬ ਹੈ ਬਰਾਬਰ ਦਾ। ਬੰਦਸ ਦਾ ਮਤਲਬ ਬਨਾਵਟ, ਬਰਾਬਰ ਦਾ, ਵਰਗਾ ਜਿਹਨੂੰ ਕਹਿ ਦਿੰਦੇ ਨੇ। ਤੈਂਡੀ ਬੰਦਸ, ਤੇਰੇ ਵਰਗਾ। ਕੋਏ ਨਾ ਡਿਠਾ, ਮੈਂ ਕੋਈ ਨਹੀਂ ਵੇਖਿਆ। ਤੂੰ ਨਾਨਕ ਮਨ ਭਾਣਾ, ਤੂੰ ਨਾਨਕ ਦੇ ਮਨ ਵਿੱਚ ਪਿਆਰਾ ਲੱਗਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾਲਕ, ਮੈਂ ਤੇਰੇ ਵਰਗਾ ਹੋਰ ਕੋਈ ਨਹੀਂ ਵੇਖਿਆ। ਮੇਰੇ ਵਾਸਤੇ ਤੇਰੇ ਵਰਗਾ ਕੋਈ ਨਹੀਂ ਹੈ। ਤੂੰ ਸਭ ਤੋਂ ਮਹਾਨ ਹੈ। ਤੂੰ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ। ਮੇਰੀ ਤੇਰੇ ਨਾਲ ਪ੍ਰੀਤ ਹੈ। ਤੇਰੇ ਵਰਗਾ ਇਸ ਜਗਤ ਵਿੱਚ ਹੋਰ ਕੋਈ ਨਹੀਂ। ਤੂੰ ਮੈਨੂੰ ਪਿਆਰਾ ਲੱਗਦਾ ਹੈ। ਤੇਰੇ ਵਾਸਤੇ
मेरे मन अंदर प्रीत है। कोल कुमाई तिस मित्र विचोले, जै मिल कंत पछाणा। जै ਦਾ ਮਤਲਬ ਜਿਸ ਨੂੰ, ਵਿਚੋਲਾ ਦਾ ਮਤਲਬ ਵਕੀਲ ਜੋ ਦੋ ਜਣਿਆਂ ਨੂੰ ਮਿਲਾਉਂਦਾ ਹੈ। ਜਿਵੇਂ ਕੋਈ ਬੰਦਾ ਬੱਚੇ ਦਾ ਰਿਸ਼ਤਾ ਕਰਾਉਂਦਾ ਹੈ ਤਾਂ ਉਹਨੂੰ ਵਿਚੋਲਾ ਕਹਿ ਦਿੰਦੇ ਨੇ। ਜੇ ਕੋਈ ਸੌਦਾ ਕਰਾਉਂਦਾ ਹੈ ਉਹਨੂੰ ਵਿਚੋਲਾ ਕਹਿ ਦਿੱਤਾ ਜਾਂਦਾ ਹੈ। ਕਿਸੇ ਦੇ ਨਾਲ ਮਿਲਾਉਂਦਾ ਹੈ ਉਹਨੂੰ ਵਿਚੋਲਾ ਕਿਹਾ ਜਾਂਦਾ ਹੈ। ਜੈ ਮਿਲ ਦਾ ਮਤਲਬ ਜਿਸ ਨੂੰ ਮਿਲ ਕੇ, ਕੰਤ ਦਾ ਮਤਲਬ ਖਸਮ ਪ੍ਰਭੂ। ਮੈਂ ਉਸ ਪਿਆਰੇ ਗੁਰੂ ਰੂਪ ਵਿਚੋਲੇ ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ ਪਛਾਣਿਆ ਹੈ, ਜਿਸ ਨੂੰ ਮਿਲ ਕੇ ਮੈਨੂੰ ਰੱਬ ਦੀ ਪਹਿਚਾਣ ਆਈ ਹੈ, ਰੱਬ ਦੇ ਨਾਲ ਮੇਰੀ ਸਾਂਝ ਬਣੀ ਹੈ। ਮੈਂ ਉਸ ਗੁਰੂ ਤੋਂ ਕੁਰਬਾਨ ਔਰ ਵਾਰਨੇ ਸਦਕੇ ਹਾਂ। ਕਿਉਂਕਿ ਰੱਬ ਬਾਰੇ ਸਹੀ ਜਾਣਕਾਰੀ ਸਾਨੂੰ ਗੁਰੂ ਪਾਸੋਂ ਮਿਲਦੀ ਹੈ। ਜਦੋਂ ਅਸੀਂ ਆਮ ਲੋਕਾਂ ਤੋਂ ਇਹ ਗੱਲਬਾਤ ਸੁਣਦੇ ਹਾਂ ਤਾਂ ਸਾਨੂੰ ਇਹੀ ਸਮਝ ਮਿਲਦੀ ਹੈ ਕਿ ਰੱਬ ਕਿਤੇ ਇਸ ਦੁਨੀਆ ਤੋਂ ਵੱਖਰਾ ਬੈਠਾ ਹੈ, ਕੁਦਰਤ ਵੱਖਰੀ ਹੈ, ਰੱਬ ਵੱਖਰਾ ਹੈ। ਉੱਤੋਂ ਹੁਕਮ ਆਉਂਦਾ ਹੈ, ਉਹ ਦੇਵਤੇ ਭੇਜਦਾ ਜਾਂ ਕੁਛ ਉਹਨੂੰ ਪਾਉਣ ਵਾਸਤੇ ਸਮਾਧੀਆਂ ਲਾਓ, ਉਹਨੂੰ ਪਾਉਣ ਲਈ ਆ ਪੈਸਾ ਤਿਆਗੋ, ਇਹ ਕਰੋ ਉਹ ਕਰੋ। ਲੇਕਿਨ ਜੋ ਸਹੀ ਜਾਣਕਾਰੀ ਹੈ ਗੁਰਮਤ ਅਨੁਸਾਰ ਤਾਂ ਸਾਨੂੰ ਗੁਰਬਾਣੀ ਚੋਂ ਮਿਲ ਰਹੀ ਹੈ, ਗੁਰੂ ਪਾਸੋਂ ਮਿਲ ਰਹੀ ਹੈ। ਇਸ ਲਈ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ ਚਾਹੀਦਾ ਹੈ, ਗੁਰੂ ਦੇ ਗਿਆਨ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਸ ਗੁਰੂ ਵਿਚੋਲੇ ਤੋਂ ਕੁਰਬਾਨ ਵਾਰਨੇ ਸਦਕੇ ਹਾਂ ਜਿਸ ਨੂੰ ਮਿਲ ਕੇ ਰੱਬ ਨੂੰ ਮੈਂ ਪਛਾਣ ਲਿਆ ਹੈ, ਰੱਬ ਦੇ ਨਾਲ ਮੇਰੀ ਜਾਣ ਪਹਿਚਾਨ ਬਣ ਗਈ ਹੈ, ਉਹਦੇ ਗੁਣਾਂ ਦਾ ਮੈਂ ਧਾਰਨੀ ਹੋਇਆ, ਰੱਬੀ ਹੁਕਮ ਦੀ ਮੈਨੂੰ ਸਮਝ ਪਈ ਹੈ। ਮਹਿਲਾ ਪੰਜਵਾਂ। ਪਾਮ ਸੁਹਾਵੇ ਜਾਂ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਣੀ। ਇਸ ਪੰਕਤੀ ਦੇ ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਪਾਮ ਸੁਹਾਵੇ ਜਾਂ ਤੋਂ ਤਿਰ ਜੁਲਦੇ, ਸ਼ੀਸ ਸੁਹਾਵਾ ਚਰਣੀ। ਪਾਮ ਦਾ ਮਤਲਬ ਪੈਰ, ਤੋਂ ਪੜਨਾ ਹੈ ਤੋਂ ਨਹੀਂ ਬਿੰਦੀ ਲਾ ਕੇ ਤੋਂ ਤਿਰ ਦਾ ਮਤਲਬ ਤੇਰੇ ਪਾਸੇ, ਜੁਲਦੇ ਦਾ ਮਤਲਬ ਹੁੰਦਾ ਹੈ ਤੁਰਨਾ, ਜੁਲਣਾ ਤੁਰਨਾ। ਉਹ ਪੈਰ ਸੋਹਣੇ ਲੱਗਦੇ ਨੇ, ਉਹ ਪੈਰ ਸੁਹਾਵਣੇ ਨੇ ਜੋ ਤੇਰੇ ਪਾਸੇ ਵੱਲ ਤੁਰਦੇ ਨੇ, ਜੋ ਤੇਰੇ ਰਾਹਾਂ ਤੇ ਤੁਰਦੇ ਨੇ। ਉਹ ਸਿਰ ਭਾਗਾਂ ਵਾਲਾ ਹੈ, ਸੁਹਾਵਣਾ ਹੈ ਜੋ ਤੇਰੇ ਕਦਮਾਂ ਤੇ ਟਹਿੰਦਾ ਹੈ, ਜੋ ਤੇਰੇ ਅੱਗੇ ਆਤਮ ਸਮਰਪਣ ਕਰਦਾ ਹੈ, ਜੋ ਤੇਰੇ ਚਰਨਾਂ ਵਿੱਚ ਝੁਕਦਾ ਹੈ। ਉਹ ਸ਼ੀਸ਼ ਸੁਹਾਵਣਾ ਹੈ ਔਰ ਉਹ ਪੈਰ ਸੁਹਾਵਣੇ ਨੇ ਜੋ ਤੇਰੇ ਰਾਹਾਂ ਤੇ ਚੱਲਦੇ ਨੇ। ਤਾਂ ਇਹ ਤੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਮਿਲ ਰਿਹਾ ਹੈ ਕਿ ਅਸੀਂ ਰੱਬੀ ਰਾਹਾਂ ਤੇ ਤੁਰਨਾ ਹੈ, ਮਨਮਤ ਦੇ ਕੁਕਰਮਾਂ ਦੇ ਰਾਹਾਂ ਦਾ ਤਿਆਗ ਕਰਨਾ ਹੈ ਔਰ ਸ਼ੀਸ਼ ਕੇਵਲ ਰੱਬੀ ਰਜਾ ਦੇ ਵਿੱਚ ਝੁਕਾਉਣਾ ਹੈ। ਜਣੇ ਖਣੇ ਅੱਗੇ ਥਾਂ ਦੇ ਉੱਤੇ ਮੱਥੇ ਟੇਕਣੇ, ਸ਼ੀਸ਼ ਝੁਕਾਉਣਾ ਇਹ ਕਦੇ ਵੀ ਠੀਕ ਨਹੀਂ ਹੈ। ਸ਼ੀਸ਼ ਰੱਬੀ ਚਰਨਾਂ ਵਿੱਚ ਹੀ ਝੁਕਣਾ ਚਾਹੀਦਾ ਹੈ, ਗੁਰੂ ਅੱਗੇ ਝੁਕਣਾ ਚਾਹੀਦਾ ਹੈ। ਸ਼ੀਸ਼ ਝੁਕਾਉਣ ਦਾ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਵਿੱਚ ਪ੍ਰਵਾਨ ਕਰਕੇ ਰੱਬੀ ਰਜਾ ਵਿੱਚ ਤੁਰਨਾ ਹੈ। ਮੁਖ ਸੁਹਾਵਾ ਜਾਂ ਤੋਂ ਜਸ ਗਾਵੇ, ਜੀਓ ਪਿਆ ਤੋਂ ਸਰਣੀ। ਜੀਓ ਦਾ ਮਤਲਬ ਜਿੰਦ, ਤੋਂ ਦਾ ਮਤਲਬ ਤੇਰਾ, ਜਸ ਦਾ ਮਤਲਬ ਸਿਫਤ ਸਲਾਹ। ਮੁਖ ਸੁਹਾਵਾ ਜਾਂ ਤੋਂ ਜਸ ਗਾਵੇ, ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਉਂਦਾ ਹੈ, ਜਦੋਂ ਤੇਰੀ ਸਿਫਤ ਸਲਾਹ ਕਰਦਾ ਹੈ। ਉਹ ਮੁਖ ਸੁਹਾਵਣਾ ਹੈ, ਉਹ ਮੂੰਹ ਸੋਹਣਾ ਹੈ ਜਿਸ ਮੂੰਹ ਚੋਂ ਤੇਰੀ ਸਿਫਤ ਸਲਾਹ ਨਿਕਲਦੀ ਹੈ। ਤੇ ਜੇ ਚਿਹਰੇ ਦੀ ਸੁੰਦਰਤਾ ਹੋਵੇ, ਜੇ ਚਿਹਰੇ ਦੀ ਸੁੰਦਰਤਾ ਹੋਵੇ, ਸਰੀਰ ਬੜਾ ਸੋਹਣਾ ਹੋਵੇ ਕਿਸੇ ਦਾ ਔਰ ਉਹ ਝੂਠ ਬੋਲੇ, ਨਿੰਦਾ ਕਰੇ, ਕੌੜੇ ਬੋਲ ਬੋਲੇ, ਨੈਗੇਟਿਵ ਬੋਲ ਬੋਲੇ, ਈਰਖਾ ਦਵੇਸ਼ ਵਾਲੇ ਉਹਦੇ ਬੋਲ ਹੋਣ, ਹੰਕਾਰ ਵਾਲੇ ਬੋਲ ਹੋਣ, ਉਸ ਸੁਹੱਪਣ ਦਾ ਕੀ ਕਰਨਾ ਹੈ? ਅਸਲੀ ਸੋਹਣਾ ਚਿਹਰਾ ਉਹ ਹੈ ਜਿਸ ਚਿਹਰੇ ਦੇ ਵਿੱਚੋਂ, ਜਿਸ ਜ਼ਬਾਨ ਤੋਂ ਰੱਬੀ ਗੁਣ ਪ੍ਰਗਟ ਹੁੰਦੇ ਨੇ, ਜੋ ਆਪਣੀ ਜ਼ਬਾਨ ਦੇ ਨਾਲ ਗੁਣਾਂ ਦੀ ਗੱਲ ਕਰਦਾ ਹੈ, ਸੱਚ ਦੀ, ਦਇਆ ਦੀ, ਧਰਮ ਦੀ, ਪ੍ਰੇਮ ਦੀ, ਨਿਮਰਤਾ ਦੀ, ਮਿੱਤਰਤਾ ਦੀ, ਇਨਸਾਨੀਅਤ ਦੀ। ਉਹ ਚਿਹਰਾ ਸੁਹਾਵਣਾ ਹੈ। ਤੇ ਜੇਕਰ ਅੰਦਰ ਗੁਣ ਨਹੀਂ ਤਾਂ ਬਾਬਾ ਫਰੀਦ ਜੀ ਨੇ ਬੜੇ ਪਿਆਰੇ ਬਚਨ ਗਏ ਨੇ, ਫਰੀਦਾ ਤਿਨਾ ਮੁਖ ਡਰਾਵਣੇ, ਜਿਨੀ ਵਿਸਾਰਿਓਨ ਨਾਉ। ਜਿਨ੍ਹਾਂ ਨੇ ਰੱਬੀ ਸਿਫਤ ਸਲਾਹ ਨੂੰ ਭੁਲਾ ਦਿੱਤਾ ਹੈ, ਉਹ ਚਿਹਰੇ ਬੜੇ ਭਿਆਨਕ ਨੇ, ਉਹ ਚਿਹਰੇ ਬੜੇ ਡਰਾਵਣੇ ਨੇ। ਔਰ ਕਿੰਨਾ ਡਰਾਵਣਾ ਹੈ ਮਨੁੱਖ ਦਾ ਚਿਹਰਾ
ਜਦੋਂ ਇਸ ਸਮਾਜ ਵੱਲ ਝਾਤ ਮਾਰੋਗੇ ਤਾਂ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਆ ਜਿੰਨੇ ਵੀ ਮਤਲਬ ਰਿਸ਼ਵਤਖੋਰੀ ਚੋਰ ਬਾਜ਼ਾਰੀ ਕਰਨ ਵਾਲੇ ਲੋਕ ਨੇ, ਡਰਾਵਣੇ ਚਿਹਰੇ ਵਾਲੇ ਨੇ ਨਾ, ਡਰ ਲੱਗਦਾ ਬੰਦੇ ਤੋਂ ਕਦੋਂ ਕਿੱਥੇ ਕੀ ਹੋ ਜਾਏ। ਤਾਂ ਮੁੱਖ ਸੁਹਾਵਣਾ ਉਹ ਹੈ ਜਿਹੜਾ ਤੇਰਾ ਜਸ ਗਾਉਂਦਾ ਹੈ, ਜਿਉ ਪਿਆ ਤਉ ਸਰਣੀ, ਜਿੰਦ ਉਹ ਸੁਹਾਵਣੀ ਹੈ ਜੋ ਤੇਰੀ ਸ਼ਰਣੀ ਪੈਂਦੀ। ਜਿਹੜੀ ਸੋਚ ਨੇ ਤੇਰੇ ਗੁਣਾਂ ਨੂੰ ਅਪਣਾ ਲਿਆ ਹੈ ਉਹੀ ਜਿੰਦ ਸੁਹਾਵਣੀ ਹੈ। ਜਿੰਦ ਦਾ ਮਤਲਬ ਉਹ ਜੀਵਨ ਸੁਹਾਵਣਾ ਹੈ, ਉਹ ਜੀਵਨ ਸੁਹਾਵਣਾ ਹੈ ਜੋ ਜੀਵਨ ਤੇਰੀ ਰਜਾ ਦੇ ਅੰਦਰ ਗੁਜ਼ਰ ਰਿਹਾ ਹੈ। ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ। ਇਸ ਪੰਕਤੀ ਦੇ ਅਰਥ ਦੋ ਤਰ੍ਹਾਂ ਕੀਤੇ ਗਏ ਨੇ। ਇੱਕ ਤਾਂ ਇੱਥੇ ਨਾਰੀ ਦਾ ਅਰਥ ਕੀਤਾ ਹੈ ਨਾੜੀ ਯਾਨੀ ਗਿਆਨ ਇੰਦਰੀਆਂ, ਕਿ ਗਿਆਨ ਇੰਦਰੀਆਂ ਨੇ ਸਤਸੰਗ ਦੇ ਅੰਦਰ ਮਿਲ ਕੇ ਪ੍ਰਭੂ ਦਾ ਯਸ਼ ਗਾਇਆ ਹੈ। ਤੇ ਨਾਰੀ ਦਾ ਅਰਥ ਇੱਥੇ ਜੀਵ ਇਸਤਰੀ ਵੀ ਕੀਤਾ ਗਿਆ ਹੈ। ਮਿਲ ਨਾਰੀ ਸਤਸੰਗ, ਇਹਦਾ ਮਤਲਬ ਹੈ ਕਿ ਜਿਸ ਜੀਵ ਇਸਤਰੀ ਨੇ ਸਤਸੰਗ ਵਿੱਚ ਮਿਲ ਕੇ ਮੰਗਲ ਗਾਵੀਆ ਦਾ ਮਤਲਬ ਖੁਸ਼ੀ ਦੇ ਗੀਤ ਗਾਏ ਨੇ, ਸਿਫਤ ਸਲਾਹ ਦੇ ਗੀਤ ਗਾਏ ਨੇ, ਤਾਂ ਭਾਵ ਦੋਵਾਂ ਦਾ ਇੱਕੋ ਹੀ ਹੈ, ਸਿਫਤ ਸਲਾਹ ਕਰਨੀ। ਨਾਰੀ ਦਾ ਮਤਲਬ ਜੀਵ ਇਸਤਰੀ, ਜਿਸ ਜੀਵ ਇਸਤਰੀ ਨੇ ਸਤਸੰਗ ਵਿੱਚ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਹੈ, ਯਾਨੀ ਜੋ ਸੱਚ ਦੀ ਸੰਗਤ ਕਰਦੇ ਨੇ ਔਰ ਹਮੇਸ਼ਾ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਫਿਰ ਮਿਲਦਾ ਕੀ ਹੈ, ਉਹਨਾਂ ਦੇ ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ। ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵਿਆ। ਘਰ ਕਾ ਦਾ ਮਤਲਬ ਉਸ ਨਾਰੀ ਦੇ ਸਰੀਰ ਦਾ, ਜੀਵਨ ਦਾ। ਬੰਧਾਨ ਦਾ ਮਤਲਬ ਹੁੰਦਾ ਹੈ ਥੁੱਕ, ਮਰਿਆਦਾ। ਬਹੁੜ ਦਾ ਮਤਲਬ ਮੁੜ ਕੇ, ਧਾਵੀਆ ਦਾ ਮਤਲਬ ਭਟਕਦੀ ਨਹੀਂ। ਤਾਂ ਉਹਦੇ ਸਰੀਰ ਦਾ ਫਿਰ ਠੁੱਕ ਬਣ ਗਿਆ, ਭਾਵ ਉਹਦੀ ਮਰਿਆਦਾ ਬਣ ਗਈ, ਉਹਦਾ ਟਿਕਾਵ ਵਿੱਚ ਆ ਗਏ ਸਾਰੇ ਗਿਆਨ ਇੰਦਰੀ ਉਸਤੇ। ਫਿਰ ਮੁੜ ਕੇ ਉਹ ਜੀਵ ਇਸਤਰੀ ਭਟਕਦੀ ਨਹੀਂ। ਇੱਥੇ ਠੁੱਕ ਦਾ, ਬੰਧਾਨ ਦਾ ਮਤਲਬ ਹੈਗਾ ਮਰਿਆਦਾ, ਜੀਵਨ ਦਾ ਢੰਗ। ਫਿਰ ਉਹਦੇ ਜੀਵਨ ਦਾ ਢੰਗ ਜਿਹੜਾ ਐਸਾ ਬਣ ਜਾਂਦਾ ਹੈ ਕਿ ਬਹੁੜ ਨਾ ਧਾਵੀਆ, ਉਹ ਜੀਵ ਇਸਤਰੀ ਵਿਕਾਰਾਂ ਵਿੱਚ ਭਟਕਦੀ ਨਹੀਂ, ਉਹਦੇ ਹਿਰਦੇ ਅੰਦਰ, ਉਹਦੀ ਸੋਚ ਅੰਦਰ ਟਿਕਾਵ ਆ ਜਾਂਦਾ ਹੈ। ਉਹ ਕਿਸੇ ਮਰਿਆਦਾ ਦੇ ਅੰਦਰ, ਸਿਸਟਮ ਦੇ ਅੰਦਰ ਜ਼ਿੰਦਗੀ ਜੀਂਦਾ ਹੈ ਇਨਸਾਨ, ਜਿਸ ਨੇ ਸਤਸੰਗ ਵਿੱਚ ਮਿਲ ਕੇ ਰੱਬੀ ਗੁਣ ਗਾਏ ਨੇ। ਉਹਦੇ ਜੀਵਨ ਦੀ ਮਰਿਆਦਾ ਉੱਚੀ ਹੋ ਜਾਂਦੀ ਹੈ, ਉਹ ਫਿਰ ਵਿਕਾਰਾਂ ਵੱਲ ਦੌੜਦਾ ਨਹੀਂ, ਉਹਦਾ ਮਨ ਭਟਕਦਾ ਨਹੀਂ। ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ। ਬਿਨਠੀ ਦਾ ਮਤਲਬ ਦੂਰ ਹੋ ਗਈ, ਨਾਸ ਹੋ ਗਈ। ਦੁਰਤ ਦਾ ਮਤਲਬ ਪਾਪ। ਦੁਰਮਤ ਦਾ ਮਤਲਬ ਖੋਟੀ ਮੱਤ। ਸੋਏ ਕੁੜਾਵੀਆ ਦਾ ਮਤਲਬ ਕੂੜ ਦੀ ਕਣਸੋ। ਕੂੜ ਦੀ ਕਣਸੋ ਮਤਲਬ ਫੁਰਨਾ। ਤਾਂ ਉਹਦੇ ਅੰਦਰੋਂ ਭੈੜੀ ਮੱਤ, ਪਾਪ ਔਰ ਝੂਠ ਦੇ ਜਿਹੜੇ ਫੁਰਨੇ ਨੇ ਉਹ ਮੁੱਕ ਜਾਂਦੇ ਨੇ। ਉਹਦੇ ਤੱਕ ਝੂਠ ਦੀ ਕਣਸੋ ਵੀ ਨਹੀਂ ਪਹੁੰਚਣ ਦਿੰਦਾ ਉਹ ਆਪਣੀ ਮੱਤ ਤੱਕ। ਉਹ ਆਪਣੀ ਸੁਰਤ ਤੱਕ ਝੂਠ ਦੀ ਕਣਸੋ ਵੀ ਨਹੀਂ ਪਹੁੰਚਣ ਦਿੰਦਾ, ਖਬਰ ਵੀ ਨਹੀਂ ਪਹੁੰਚਣ ਦਿੰਦਾ, ਫੁਰਨਾ ਵੀ ਨਹੀਂ ਫੁਰਨ ਦਿੰਦਾ। ਜਿਨਨੇ ਸਤਸੰਗ ਦੇ ਅੰਦਰ ਮਿਲ ਕੇ ਰੱਬੀ ਗੁਣ ਗਾਏ, ਉਹਦੇ ਜੀਵਨ ਦਾ ਠੁੱਕ ਵੱਜ ਗਿਆ, ਉਹਦੇ ਅੰਦਰ ਟਿਕਾਵ ਆ ਗਿਆ, ਉਹਦੇ ਅੰਦਰੋਂ ਖੋਟੀ ਮੱਤ ਖਤਮ ਹੋ ਗਈ, ਉਹਦੇ ਅੰਦਰੋਂ ਪਾਪ ਖਤਮ ਹੋ ਗਿਆ ਔਰ ਉਹਦੇ ਅੰਦਰੋਂ ਝੂਠ ਦੇ ਫੁਰਨੇ ਖਤਮ ਹੋ ਗਏ। ਉਹਦੇ ਕੋਲੋਂ ਕਦੇ ਝੂਠ ਦੀ ਕਣਸੋ ਵੀ ਨਹੀਂ ਆਈ ਕਿ ਉਹ ਬੰਦਾ ਝੂਠ ਬੋਲਦਾ ਹੈ, ਜਾਂ ਉਹਦੇ ਅੰਦਰ ਝੂਠ ਦਾ ਕਿਤੇ ਫੁਰਨਾ ਵੀ ਨਹੀਂ ਫੁਰਦਾ ਉਸ ਬੰਦੇ ਦੇ ਅੰਦਰ ਕਿ ਮੈਂ ਝੂਠ ਬੋਲਾਂ। ਉਹਦਾ ਇੰਨਾ ਉੱਚਾ ਸੁੱਚਾ ਜੀਵਨ ਹੋ ਜਾਂਦਾ ਹੈ। ਸ਼ੀਲਵੰਤ ਪ੍ਰਧਾਨ ਹਿਰਦੈ ਸਚਾਵੀਆ। ਸ਼ੀਲਵੰਤ ਦਾ ਮਤਲਬ ਚੰਗੇ ਸੁਭਾਅ ਵਾਲੀ, ਸੁਸ਼ੀਲਤਾ ਜਿਸ ਦੇ ਅੰਦਰ ਆ ਗਈ, ਸਹਿਨਸ਼ੀਲਤਾ ਆ ਗਈ। ਪ੍ਰਧਾਨ ਦਾ ਮਤਲਬ ਮੰਨੀ ਪਰਮੰਨੀ। ਹਿਰਦੈ ਸਚਾਵੀਆ ਦਾ ਮਤਲਬ, ਸਚਾਵੀਆ ਦਾ ਮਤਲਬ ਸੱਚ ਵਾਲੀ। ਤਾਂ ਅਜਿਹੀ ਜੀਵ ਇਸਤਰੀ ਚੰਗੇ ਸੁਭਾਅ ਵਾਲੀ ਹੋ ਜਾਂਦੀ ਹੈ, ਮਾਣ ਆਦਰ ਪਾਉਂਦੀ ਹੈ ਔਰ ਉਹਦੇ ਹਿਰਦੇ ਦੇ ਅੰਦਰ ਸੱਚ ਆ ਕੇ ਵਸ ਜਾਂਦਾ ਹੈ, ਉਹ ਸੱਚ ਵਾਲੀ ਹੋ ਜਾਂਦੀ ਹੈ। ਯਾਨੀ ਐਸੇ ਇਨਸਾਨ ਜਿਨਨੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਈ, ਜਿਹਦਾ ਮਨ ਭਟਕਣ ਤੋਂ ਰੁਕ ਗਿਆ, ਜਿਹਦੀ ਮਰਿਆਦਾ ਜੀਵਨ ਦੀ ਚੰਗੀ ਹੋ ਗਈ, ਖੋਟੇ ਕਰਮ ਮੱਤ ਖਤਮ ਹੋ ਗਈ, ਪਾਪ ਖਤਮ ਹੋ ਗਏ, ਕੂੜ ਖਤਮ ਹੋ ਗਿਆ, ਉਹਦੇ ਅੰਦਰ ਨਿਮਰਤਾ ਆ ਗਈ, ਸਹਿਨਸ਼ੀਲਤਾ ਆ ਗਈ। ਫਿਰ ਐਸਾ ਇਨਸਾਨ ਹੀ ਪ੍ਰਧਾਨ ਮੰਨੇ ਪਰਮੰਨੇ ਮਾਨ ਸਤਕਾਰ ਵਾਲੇ ਹੋ ਜਾਂਦੇ ਨੇ
ਔਰ ਉਹਨਾਂ ਦੇ ਹਿਰਦੇ ਦੇ ਅੰਦਰ ਸੱਚ ਆ ਜਾਂਦਾ ਹੈ, ਉਹ ਸਚਿਆਰ ਹੋ ਜਾਂਦੇ ਨੇ। ਅੰਤਰ ਬਾਹਰ ਇੱਕ ਰੀਤਾਵੀਆ। ਹੁਣ ਪਹਿਲੇ ਇੱਕ ਦੇ ਕੱਕੇ ਥੱਲੇ ਔਂਕੜ ਹੈ, ਦੂਜਾ ਇੱਕ ਬਿਨਾ ਔਂਕੜ ਤੋਂ ਹੈ, ਲੇਕਿਨ ਹੈ ਦੋਵੇਂ ਹੀ ਜਿਹੜੇ ਨੇ ਸਿੰਗੂਲਰ ਸ਼ਬਦ ਨੇ। ਪਹਿਲੇ ਇੱਕ ਦੇ ਕੱਕੇ ਥੱਲੇ ਔਂਕੜ ਤਾਂ ਹੈ ਕਿਉਂਕਿ ਇਹ ਮੇਲ ਜੈਂਡਰ ਹੈ, ਇਹਦੇ ਰੱਬ ਵਾਸਤੇ ਸ਼ਬਦ ਆਇਆ ਹੈ। ਦੂਜੇ ਇੱਕ ਦਾ ਔਂਕੜ ਉਤਾਰਿਆ ਹੈ ਕਿਉਂਕਿ ਉਹ ਫੀਮੇਲ ਜੈਂਡਰ ਹੈ। ਰੀਤਾਵੀਆ ਦਾ ਮਤਲਬ ਰੀਤ, ਜੁਗਤ। ਹੁਣ ਜੁਗਤ ਕਿਉਂਕਿ ਫੀਮੇਲ ਜੈਂਡਰ ਹੈ, ਇਸ ਕਰਕੇ ਇੱਕ ਦਾ ਵੀ ਔਂਕੜ ਜਿਹੜਾ ਹਟਾ ਦਿੱਤਾ ਗਿਆ। ਅੰਤਰ ਬਾਹਰ ਇੱਕ, ਐਸੇ ਇਨਸਾਨਾਂ ਨੂੰ ਅੰਦਰ ਵੀ ਔਰ ਬਾਹਰ ਵੀ ਇੱਕ ਰੱਬ ਹੀ ਦਿਸਦਾ ਹੈ, ਆਪਣੇ ਵਿੱਚ ਵੀ ਤੇ ਦੂਜੇ ਵਿੱਚ ਵੀ। ਚਾਰ ਚ ਫਿਰ ਇੱਕ ਪ੍ਰਭੂ ਪਸਰਿਆ ਹੋਇਆ ਨਜ਼ਰੀ ਪੈਂਦਾ ਹੈ। ਇੱਕ ਰੀਤਾਵੀਆ ਔਰ ਉਹਦੀ ਇਹ ਇੱਕ ਵਾਲੀ ਹੀ ਜੀਵਨ ਦੀ ਰੀਤ ਬਣ ਜਾਂਦੀ ਹੈ। ਇਹੀ ਉਹਦੀ ਜੀਵਨ ਦੀ ਸਭ ਤੋਂ ਉੱਚੀ ਜੁਗਤ ਹੈ ਕਿ ਸਾਰਿਆਂ ਦੇ ਵਿੱਚ ਇੱਕ ਨੂੰ ਸਮਝਦਾ ਹੈ, ਅੰਦਰੋਂ ਬਾਹਰੋਂ ਉਹ ਇੱਕ ਹੋ ਜਾਂਦਾ ਹੈ, ਉਹਦਾ ਬਿਹੇਵੀਅਰ ਸਾਰਿਆਂ ਦੇ ਨਾਲ ਇੱਕ ਹੁੰਦਾ ਹੈ। ਇਹੀ ਸਭ ਤੋਂ ਉੱਚੀ ਸੁੱਚੀ ਜੀਵਨ ਦੀ ਜੁਗਤ ਹੈ। ਇਹ ਉਹਦੇ ਜੀਵਨ ਦਾ ਢੰਗ ਬਣ ਜਾਂਦਾ ਹੈ। ਉਹ ਅੰਦਰ ਬਾਹਰ ਇੱਕ ਵੇਖਦਾ ਹੈ, ਹਰ ਇੱਕ ਦੇ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ। ਉਹਦੇ ਅੰਦਰ ਮਾੜੇ ਔਗਣ ਪਾਪ ਅਪਰਾਧ ਰਹਿੰਦੇ ਨਹੀਂ, ਸ਼ੁਭ ਗੁਣ ਉਸ ਦੀ ਜ਼ਿੰਦਗੀ ਵਿੱਚ ਆ ਜਾਂਦੇ ਨੇ। ਐਸੀ ਉਹਦੇ ਜੀਵਨ ਦੀ ਰੀਤ ਬਣ ਜਾਂਦੀ ਹੈ, ਉਹਨੂੰ ਅੰਦਰ ਬਾਹਰ ਇੱਕ ਦਿਸਦਾ ਹੈ। ਮਨ ਦਰਸ਼ਨ ਕੀ ਪਿਆਸ, ਚਰਨ ਦਾਸਾਵੀਆ। ਦਾਸਾਵੀਆਂ ਦਾ ਮਤਲਬ ਦਾਸਾਂ, ਦਾਸੀਆਂ। ਦਾਸਾਵੀਆ ਦਾਸੀ। ਉਹ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਦੇ ਦੀਦਾਰ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ। ਇਹ ਨਹੀਂ ਕਿ ਹੁਣ ਅੰਦਰ ਬਾਹਰ ਇੱਕ ਵਾਰੀ ਇੱਕ ਜਾਣ ਲਿਆ ਤੇ ਹੁਣ ਉਹ ਵਿਹਾਰ ਅੱਜ ਐਸਾ ਨਾ ਕਰੇ। ਪਲ ਦੋ ਪਲ ਵਾਸਤੇ ਕਿਸੇ ਨੂੰ ਰੱਬ ਦਾ ਰੂਪ ਵੇਖ ਲਿਆ ਤੇ ਪਲ ਦੋ ਪਲ ਕਿਸੇ ਨੂੰ ਬੇਗਾਨਾ ਵੇਖ ਲਿਆ, ਐਵੇਂ ਨਹੀਂ। ਉਹਦੇ ਅੰਦਰ ਇਹ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ, ਲਗਨ ਹਮੇਸ਼ਾ ਬਣੀ ਰਹਿੰਦੀ ਹੈ, ਇੱਕ ਨੂੰ ਵੇਖਣ ਦੀ, ਇੱਕ ਵਾਲੀ ਜ਼ਿੰਦਗੀ ਜੀਣ ਦੀ। ਚਰਨ ਦਾਸਾਵੀਆ, ਤੇ ਉਹ ਪ੍ਰਭੂ ਦੇ ਚਰਨਾਂ ਦੀ ਦਾਸੀ ਬਣੀ ਰਹਿੰਦੀ ਹੈ। ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਹੀ ਤੁਰਦੀ ਹੈ, ਰੱਬ ਦੀ ਦਾਸੀ ਹੈ ਉਹ, ਮੀਨਸ ਰੱਬੀ ਹੁਕਮ ਦੇ ਵਿੱਚ ਤੁਰਦੀ ਹੈ। ਭਾਵ ਕਿ ਜੋ ਐਸੇ ਪੁਰਸ਼ ਨੇ ਜਿਨ੍ਹਾਂ ਦਾ ਮਿਲਾਪ ਗੁਰੂ ਨੇ ਪ੍ਰਭੂ ਦੇ ਨਾਲ ਕਰਾਇਆ ਹੈ, ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਪ੍ਰਭੂ ਦੇ ਦੀਦਾਰ ਦੀ ਤਾਂਘ ਔਰ ਲਗਨ ਹੈ, ਤੇ ਹਮੇਸ਼ਾ ਹੀ ਉਹ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਰੱਬੀ ਦਾਸ ਬਣ ਕੇ ਰਹਿੰਦੇ। ਸ਼ੋਭਾ ਬਣੀ ਸ਼ਿੰਗਾਰ, ਖਸਮ ਜਾਂ ਰਾਵੀਆ। ਰਾਵੀਆ ਦਾ ਮਤਲਬ ਮਾਣਿਆ, ਮਿਲਾਪ ਦਾ ਆਨੰਦ। ਮਾਣੀਆਂ ਦਾ ਮਤਲਬ ਆਪਣੇ ਨਾਲ ਮਿਲਾ ਲਈ, ਰਾਵੀਆ ਦਾ ਮਤਲਬ ਰੱਬ ਨੇ ਆਪਣੇ ਨਾਲ ਮਿਲਾ ਲਈ। ਖਸਮ ਦਾ ਮਤਲਬ ਖਸਮ ਨੇ, ਪ੍ਰਭੂ ਨੇ। ਖਸਮ ਜਾਂ ਰਾਵੀਆ, ਜਦੋਂ ਉਸ ਜੀਵ ਇਸਤਰੀ ਨੂੰ ਖਸਮ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹ ਰੱਬ ਦੇ ਵਿੱਚ ਮਿਲ ਕੇ ਰੱਬ ਵਰਗੀ ਹੋ ਗਈ। ਸ਼ੋਭਾ ਬਣੀ ਸ਼ਿੰਗਾਰ, ਤੇ ਇਹ ਜਿਹੜਾ ਮਿਲਾਪ ਦੀ ਸ਼ੋਭਾ ਹੈ, ਇਹੀ ਉਹਦੇ ਜੀਵਨ ਦਾ ਸ਼ਿੰਗਾਰ ਹੈ, ਇਹੀ ਉਹਦੇ ਜੀਵਨ ਦੀ ਸ਼ੋਭਾ ਹੈ, ਇਹੀ ਉਹਦੇ ਜੀਵਨ ਦਾ ਸ਼ਿੰਗਾਰ ਹੈ, ਰੱਬ ਦਾ ਮਿਲਾਪ। ਇਸ ਤੋਂ ਵੱਡਾ ਹੁਣ ਸ਼ਿੰਗਾਰ ਕੀ ਹੋਏਗਾ? ਇੱਕ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਏ ਤੇ ਉਸ ਬੂੰਦ ਨੂੰ ਹੁਣ ਕੋਈ ਸ਼ਿੰਗਾਰ ਦੀ ਲੋੜ ਹੈ ਵੀ ਉਹਦੇ ਵਿੱਚ ਲਾਲ ਪੀਲਾ ਰੰਗ ਪਾਓ, ਉਹ ਬੜੀ ਸੋਹਣੀ ਲੱਗੇਗੀ। ਸਮੁੰਦਰ ਵਿੱਚ ਮਿਲਣ ਤੋਂ ਬਾਅਦ ਕਿਸੇ ਸ਼ਿੰਗਾਰ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਜੋ ਇਨਸਾਨ ਰੱਬ ਦੇ ਅੰਦਰ ਮਿਲ ਕੇ ਜਿਸ ਦੀ ਸੁਰਤ ਰੱਬ ਵਰਗੀ ਹੋ ਗਈ, ਸੋਚ ਰੱਬ ਵਰਗੀ ਹੋ ਗਈ, ਉਹਨੂੰ ਕਿਸੇ ਮੇਕਅਪ ਦੀ ਲੋੜ ਹੈ? ਉਹਨੂੰ ਇਹ ਚੀਜ਼ ਹੈ ਵੀ ਮੈਂ ਕੱਪੜੇ ਪਾਵਾਂਗਾ ਤਾਂ ਹੀ ਮੈਂ ਚੰਗਾ ਲੱਗਾਂਗਾ। ਮੇਰਾ ਮਤਲਬ ਇਹ ਨਹੀਂ ਕਿ ਚੰਗੇ ਕੱਪੜੇ ਨਾ ਪਾਏ, ਭਾਵ ਇਹ ਹੈ ਕਿ ਉਸ ਇਨਸਾਨ ਦੀ ਇਹੀ ਸ਼ੋਭਾ ਹੈ, ਇਹੀ ਉਹਦਾ ਸ਼ਿੰਗਾਰ ਹੈ, ਉਹਨੂੰ ਹੋਰ ਕਿਸੇ ਸ਼ੋਭਾ ਔਰ ਹਾਰ ਸ਼ਿੰਗਾਰ ਦੀ ਲੋੜ ਨਹੀਂ ਹੈ। ਇਹ ਸਭ ਤੋਂ ਉੱਤਮ ਸ਼ਿੰਗਾਰ ਹੈ, ਜਿਹੜਾ ਰੱਬ ਦਾ ਮਿਲਾਪ ਹੈ। ਇਹੀ ਉਹਦੀ ਜ਼ਿੰਦਗੀ ਦੀ ਸ਼ੋਭਾ ਹੈ, ਇਹੀ ਉਹਦੀ ਜ਼ਿੰਦਗੀ ਦਾ ਸ਼ਿੰਗਾਰ ਹੈ, ਇਹੀ ਉਹਦੇ ਜੀਵਨ ਦੀ ਮਹਾਨਤਾ ਹੈ। ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ। ਸੰਜੋਗ ਦਾ ਮਤਲਬ ਪ੍ਰਭੂ ਦੀ ਸੰਜੋਗ ਸੱਤਾ ਨਾਲ। ਸੰਜੋਗ ਦਾ ਮਤਲਬ ਉਹ ਕਰਮ ਜਿਹੜਾ ਮਿਲਾਪ ਕਰਾਉਂਦੇ ਨੇ, ਉਹਨੂੰ ਕਹਿੰਦੇ ਨੇ ਸੰਜੋਗ। ਜਿਹੜੇ ਕੰਮਾਂ ਨਾਲ ਮਿਲਾਪ ਹੋ ਜਾਏ ਉਹਨੂੰ ਕਹਿੰਦੇ ਨੇ ਸੰਜੋਗ, ਤੇ ਜਿਹੜੇ ਕਰਮਾਂ ਕਰਕੇ ਵਿਛੋੜਾ ਹੋ ਜਾਏ ਉਹਨਾਂ ਕੰਮਾਂ ਨੂੰ ਕਹਿੰਦੇ ਨੇ ਵਿਜੋਗ। ਕਿਉਂਕਿ ਕੁਝ ਅੰਦਰ ਹੈ ਐਸਾ ਜੋ ਵਿਛੋੜਾ ਔਰ ਮਿਲਾਪ ਕਰਾਂਦਾ ਹੈ। ਇਹ ਚੀਜ਼ ਨੂੰ ਸਮਝਣ ਲਈ ਅਸੀਂ ਆਪਣੀ ਜ਼ਿੰਦਗੀ ਦੀ ਮਿਸਾਲ ਲੈਂਦੇ ਹਾਂ।
ਜਿਵੇਂ ਅਸੀਂ ਆਪਸ ਦੇ ਵਿੱਚ ਰਿਸ਼ਤੇਦਾਰ ਹਾਂ, ਸੱਜਣ ਮਿੱਤਰ, ਭੈਣ ਭਰਾ, ਜੇ ਸਾਡੇ ਮੇਲ ਮਿਲਾਪ ਦੇ ਅੰਦਰ ਇਮਾਨਦਾਰੀ ਹੈ, ਪਿਆਰ ਹੈ, ਮੁਹੱਬਤ ਹੈ, ਇੱਕ ਦੂਜੇ ਦੀ ਹੈਲਪ ਕਰਦੇ ਹਾਂ, ਤਾਂ ਸਾਡਾ ਮਿਲਾਪ ਬਣਿਆ ਰਹੇਗਾ, ਸੰਜੋਗ ਬਣਿਆ ਰਹੇਗਾ। ਇਹ ਗੁਣ ਸੰਜੋਗ ਵਾਲੇ ਨੇ, ਮਿਲਾਪ ਵਾਲੇ ਨੇ। ਤੇ ਜੇ ਅਸੀਂ ਆਪਸ ਵਿੱਚ ਬੇਈਮਾਨੀ ਕਰਦੇ ਹਾਂ, ਠੱਗੀ ਕਰਦੇ ਹਾਂ, ਹੇਰਾਫੇਰੀ, ਧੋਖਾ ਦਿੰਦੇ ਹਾਂ ਕਿਸੇ ਨੂੰ, ਤਾਂ ਸਾਡਾ ਵਿਛੋੜਾ ਹੋ ਜਾਏਗਾ। ਇਹਦਾ ਮਤਲਬ ਕੁਝ ਚੀਜ਼ਾਂ ਐਸੀਆਂ ਨੇ ਜੋ ਸਾਨੂੰ ਆਪਸ ਵਿੱਚ ਮਿਲਾਉਂਦੀਆਂ ਨੇ, ਔਰ ਕੁਝ ਚੀਜ਼ਾਂ ਐਸੀਆਂ ਨੇ ਜੋ ਸਾਨੂੰ ਵਿਛੋੜਦੀਆਂ ਨੇ। ਇਸੇ ਤਰ੍ਹਾਂ ਕੁਝ ਗੁਣ ਐਸੇ ਨੇ ਜੋ ਰੱਬ ਦੇ ਨਾਲ ਮਿਲਾ ਦਿੰਦੇ ਨੇ, ਔਰ ਕੁਝ ਔਗਣ ਐਸੇ ਨੇ ਜੋ ਰੱਬ ਤੋਂ ਦੂਰ ਲੈ ਜਾਂਦੇ ਨੇ। ਇਹਨੂੰ ਕਹਿੰਦੇ ਨੇ ਸੰਜੋਗ ਸੱਤਾ, ਜੋ ਮਿਲਾਣ ਵਾਲੇ ਗੁਣ ਨੇ। ਮਿਲਿਆ ਆਏ ਸੰਜੋਗ, ਜਾਂ ਤਿਸ ਭਾਵੀਆ। ਜਾਂ ਤਿਸ ਭਾਵੀਏ ਦਾ ਮਤਲਬ ਜਦੋਂ ਉਹ ਪ੍ਰਭੂ ਨੂੰ ਪਿਆਰੀ ਲੱਗੀ, ਜਦ ਰੱਬ ਦੀ ਰਜ਼ਾ ਵਿੱਚ ਤੁਰੀ, ਤਾਂ ਪ੍ਰਭੂ ਦੀ ਸੰਜੋਗ ਸੱਤਾ ਦੀ ਬਰਕਤ ਦੇ ਨਾਲ ਪ੍ਰਭੂ ਦੀ ਜੋਤ ਵਿੱਚ ਉਹਦੀ ਜੋਤ ਮਿਲ ਗਈ। ਮਿਲਿਆ ਆਏ ਸੰਜੋਗ, ਯਾਨੀ ਸੰਜੋਗ ਵਾਲੇ ਜਿਹੜੇ ਕਰਮ ਨੇ ਉਹਨਾਂ ਕਰਕੇ ਮਿਲ ਗਈ। ਤੇ ਉਹ ਸੰਜੋਗ ਵਾਲੇ ਕਰਮ ਕਿਹੜੇ ਨੇ? ਜਾਂ ਤਿਸ ਭਾਵੀਆ, ਜਦੋਂ ਉਹਨੂੰ ਭਾਈ, ਯਾਨੀ ਰੱਬ ਦੀ ਰਜ਼ਾ ਵਿੱਚ ਤੁਰੀ। ਇਹਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰਨਾ ਹੀ ਪ੍ਰਭੂ ਮਿਲਾਪ ਦਾ ਇੱਕੋ ਇੱਕ ਸਾਧਨ ਹੈ, ਔਰ ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ ਉਹੀ ਪ੍ਰਭੂ ਨੂੰ ਪਾਉਂਦਾ ਹੈ। ਤਾਂ ਜਦੋਂ ਉਹ ਪ੍ਰਭੂ ਨੂੰ ਪਾ ਗਈ, ਇਸ ਸੰਜੋਗ ਸੱਤਾ ਕਰਕੇ ਉਹ ਪ੍ਰਭੂ ਦੇ ਨਾਲ ਮਿਲ ਗਈ, ਉਹਦਾ ਮਿਲਾਪ ਹੋ ਗਿਆ। ਸ਼ਲੋਕ ਮਹਿਲਾ ਪੰਜਵਾਂ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ। ਮੈਂ ਨਿਰਗੁਣ ਤੇ ਕਿਆ ਹੋਵੇ। ਇਹਨੂੰ ਤੈਡੇ ਨਹੀਂ ਪੜਨਾ, ਤੈਂਡੇ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ। ਮੈਂ ਨਿਰਗੁਣ ਤੇ ਕਿਆ ਹੋਵੇ। ਹਬ ਦਾ ਮਤਲਬ ਸਾਰੇ, ਮੈਂ ਕੂ ਦਾ ਮਤਲਬ ਮੈਨੂੰ, ਥੀਏ ਦਾ ਮਤਲਬ ਮਿਲੇ ਨੇ, ਕਿਆ ਹੋਵੇ ਦਾ ਮਤਲਬ ਕੁਛ ਨਹੀਂ ਹੋ ਸਕਦਾ। ਹੇ ਨਾਨਕ, ਸਾਰੇ ਗੁਣ ਤੇਰੇ ਨੇ, ਤੇਰੇ ਤੋਂ ਹੀ ਮੈਨੂੰ ਮਿਲੇ ਨੇ। ਮੈਥੋਂ ਗੁਣਹੀਨ ਤੋਂ ਤੇ ਕੁਛ ਵੀ ਨਹੀਂ ਹੋ ਸਕਦਾ। ਸਾਰੇ ਗੁਣ ਤੇਰੇ ਨੇ, ਤੇਰੀ ਰਜ਼ਾ ਵਿੱਚ ਨੇ, ਤੇਰੇ ਤੋਂ ਮੈਨੂੰ ਮਿਲੇ ਨੇ, ਤੇਰੀ ਰਜ਼ਾ ਵਿੱਚ ਮਿਲੇ ਨੇ। ਮੈਂ ਤਾਂ ਗੁਣਾਂ ਤੋਂ ਸਖਣਾ ਹਾਂ, ਮੇਰੇ ਤੋਂ ਕੀ ਹੋ ਸਕਦਾ ਹੈ। ਰੱਬੀ ਰਜ਼ਾ ਤੋਂ ਬਿਨਾਂ ਕੀ ਗੁਣ ਮਿਲ ਸਕਦੇ ਨੇ? ਨਹੀਂ ਮਿਲ ਸਕਦੇ। ਜਪਜੀ ਸਾਹਿਬ ਵਿੱਚ ਵੀ ਗੁਰੂ ਜੀ ਨੇ ਸਾਨੂੰ ਸਮਝਾਇਆ ਨਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਮਾਲਕ ਤੇਰੇ ਨੇ, ਤੇਰੇ ਤੋਂ ਮੈਨੂੰ ਮਿਲੇ ਨੇ। ਮੈਂ ਨਿਰਗੁਣ ਤੋਂ, ਤੇਰੀ ਰਜ਼ਾ ਤੋਂ ਉਲਟ ਕੁਛ ਵੀ ਨਹੀਂ ਹੋ ਸਕਦਾ। ਤਉ ਜੇਵੜ ਦਾਤਾਰ ਨਾ ਕੋਈ, ਜਾਚਕ ਸਦਾ ਜਾਚ ਹੋਵੇ। ਤਉ ਨਹੀਂ ਪੜਨਾ, ਤਉ। ਤਉ ਦਾ ਮਤਲਬ ਤੇਰੇ ਜਿਹੜਾ, ਦਾਤਾਰ ਦਾ ਮਤਲਬ ਦਾਤਾ, ਜਾਚਕ ਦਾ ਮਤਲਬ ਮੰਗਤਾ, ਤੇ ਜਾਚੋਵੇ ਦਾ ਮਤਲਬ ਮੰਗਦਾ ਹੈ। ਤੇਰੇ ਜਿਹੜਾ ਹੋਰ ਕੋਈ ਦਾਤਾ ਨਹੀਂ ਹੈ। ਜਾਚਕ ਸਦਾ ਜਾਚੋਵੇ, ਮੈਂ ਮੰਗਤਾ ਹਾਂ, ਹਮੇਸ਼ਾ ਤੇਰੇ ਦਰ ਤੋਂ ਹੀ ਮੰਗਣਾ ਹੈ, ਤੇਰੇ ਦਰ ਤੋਂ ਹੀ ਮਿਲਣਾ ਹੈ। ਹੋਰ ਮੈਂ ਕਿੱਥੋਂ ਮੰਗਾ? ਰੱਬੀ ਰਜ਼ਾ ਤੋਂ ਬਾਹਰ ਕੋਈ ਸ਼ੈ ਮਿਲ ਸਕਦੀ ਹੈ? ਕੋਈ ਜੋਤਸ਼ੀ, ਕੋਈ ਬਾਬਾ, ਕੋਈ ਦੇਵੀ ਦੇਵਤਾ, ਕੋਈ ਪੀਰ, ਕੋਈ ਫਕੀਰ, ਕੋਈ ਮੜੀ, ਕੋਈ ਕਬਰ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਜੰਤਰ ਮੰਤਰ ਰੱਬੀ ਰਜ਼ਾ ਤੋਂ ਉਲਟ ਮੈਨੂੰ ਦੇ ਸਕਦਾ ਕੁਛ? ਜੋ ਕੁਛ ਮਿਲਣਾ ਹੈ ਰੱਬੀ ਰਜ਼ਾ ਵਿੱਚ ਮਿਲਣਾ ਹੈ। ਤੇ ਰੱਬੀ ਰਜ਼ਾ ਦੇ ਅੰਦਰ ਜਿੰਨਾ ਮਰਜ਼ੀ ਤੁਸੀਂ ਪਾ ਸਕਦੇ ਹੋ। ਹੇ ਮਾਲਕ, ਤੇਰੇ ਵਰਗਾ ਦਾਤਾ ਹੋਰ ਕੋਈ ਨਹੀਂ, ਤੇ ਮੰਗਤੇ ਨੇ ਤੇਰੇ ਦਰ ਤੋਂ ਹੀ ਮੰਗਣਾ ਹੈ। ਭਾਵ ਤੇਰੀ ਰਜ਼ਾ ਵਿੱਚ ਹੀ ਸਭ ਕੁਝ ਮਿਲਣਾ ਹੈ। ਮਹਿਲਾ ਪੰਜਵਾਂ। ਦੇਹ ਛਿਜੰਦੜੀ ਊਣਮ ਝੂਣਾ, ਗੁਰ ਸੱਜਣ ਜੀਓ ਧਰਾਇਆ। ਦੇਹ ਛਿਜੰਦੜੀ ਊਣ ਮਝੂਣਾ, ਗੁਰ ਸੱਜਣ ਜੀਓ ਧਰਾਇਆ। ਦੇਹ ਦਾ ਮਤਲਬ ਸਰੀਰ, ਛਿਜੰਦੜੀ ਦਾ ਮਤਲਬ ਛਿਜ ਗਈ, ਕਮਜ਼ੋਰ ਹੋ ਗਈ। ਊਣਮ ਦਾ ਮਤਲਬ ਊਣਾ, ਖਾਲੀ, ਤੇ ਝੂਣਾ ਦਾ ਮਤਲਬ ਉਦਾਸ। ਊਣਮ ਦਾ ਮਤਲਬ ਖਾਲੀ, ਊਣਾ, ਤੇ ਝੂਣਾ ਦਾ ਮਤਲਬ ਉਦਾਸ। ਗੁਰ ਦਾ ਮਤਲਬ ਗੁਰੂ ਨੇ, ਸੱਜਣ ਦਾ ਮਤਲਬ ਸੱਜਣ ਨੇ, ਜੀਓ ਦਾ ਮਤਲਬ ਜਿੰਦ, ਧਰਾਇਆ ਦਾ ਮਤਲਬ ਧਰਵਾਸ ਦਿੱਤਾ। ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਛਿਜਦਾ ਜਾ ਰਿਹਾ ਸੀ ਵਿਕਾਰਾਂ ਵਿੱਚ। ਊਣ ਮਝੂਣਾ ਦਾ ਮਤਲਬ ਚਿੱਤ ਵਿੱਚ ਖੋਹ ਪੈ ਰਹੀ ਸੀ, ਚਿੰਤਾ ਤੁਰ ਹੋ ਰਿਹਾ ਸਾਂ। ਗੁਰ ਸੱਜਣ ਦਾ ਮਤਲਬ ਗੁਰੂ ਸੱਜਣ ਨੇ,
ਪਰ ਜਦੋਂ ਪਿਆਰੇ ਸਤਿਗੁਰ ਨੇ ਮੈਨੂੰ ਧਰਵਾਸ ਦਿੱਤਾ, ਧਰਾਇਆ ਦਾ ਮਤਲਬ ਧਰਵਾਸ ਦਿੱਤਾ, ਮੇਰਾ ਸਰੀਰ ਛਿਜਦਾ ਜਾ ਰਿਹਾ ਸੀ ਵਿਕਾਰਾਂ ਵਿੱਚ। ਮੈਂ ਊਣ ਝੂਣਾ ਦਾ ਮਤਲਬ ਨਿੰਮੋ ਝੂਣਾ ਹੋਇਆ ਫਿਰਦਾ ਸਾਂ, ਖਾਲੀ ਸਾਂ, ਅੰਦਰ ਖਾਲੀਪਨ ਸੀ, ਅੰਦਰ ਉਦਾਸ ਸੀ। ਕਈ ਵਾਰ ਐਸੀ ਸਟੇਜ ਆਉਂਦੀ ਹੈ ਨਾ ਮਨ ਦੀ ਕਿ ਬੰਦਾ ਆਪਣੇ ਆਪ ਨੂੰ ਖਾਲੀ, ਇਕੱਲਾ ਜਿਹਾ ਮਹਿਸੂਸ ਕਰਦਾ ਹੈ ਕਿ ਮੇਰਾ ਯਾਰ ਇਸ ਦੁਨੀਆ ਵਿੱਚ ਕੋਈ ਵੀ ਨਹੀਂ, ਮੈਂ ਇਸ ਦੁਨੀਆ ਵਿੱਚ ਕਾਹਦੇ ਵਾਸਤੇ ਹਾਂ, ਮੇਰਾ ਕੋਈ ਵੀ ਨਹੀਂ। ਕਈ ਵਾਰ ਐਸਾ ਖਾਲੀਪਨ ਮਹਿਸੂਸ ਹੁੰਦਾ ਹੈ, ਸਾਰਾ ਕੁਝ ਹੁੰਦਿਆਂ ਵੀ ਬੰਦਾ ਉਦਾਸ ਹੋ ਜਾਂਦਾ ਹੈ, ਬੰਦਾ ਨਿੰਮੋ ਝੂਣਾ ਹੋ ਕੇ ਬਹਿ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਮੇਰੀ ਇੱਕ ਕੰਡੀਸ਼ਨ ਸੀ, ਗੁਰ ਸੱਜਣ ਜਿਉ ਧਰਾਇਆ, ਤਾਂ ਗੁਰੂ ਸੱਜਣ ਨੇ ਮੈਨੂੰ ਧਰਵਾਸ ਦਿੱਤਾ, ਮੈਨੂੰ ਪ੍ਰਵਾਸਾ ਦਿੱਤਾ, ਧਰਵਾਸਾ ਦਿੱਤਾ, ਸਹਾਰਾ ਦਿੱਤਾ। ਤੇ ਜਦੋਂ ਗੁਰੂ ਨੇ ਸਹਾਰਾ ਦਿੱਤਾ, ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਗੁਰੂ ਨੇ ਅਸਲੀਅਤ ਸਮਝਾਈ, ਤਾਂ ਫਿਰ ਕੀ ਹੋਇਆ? ਹੱਬੇ ਸੁਖ ਸੁਹੇਲੜਾ ਸੁੱਤਾ, ਜਿੱਤਾ ਜਗ ਸਬਾਇਆ। ਸੁਹੇਲੜਾ ਦਾ ਮਤਲਬ ਸੌਖਾ, ਜਿੱਤਾ ਦਾ ਮਤਲਬ ਜਿੱਤ ਲਿਆ, ਸਬਾਇਆ ਦਾ ਮਤਲਬ ਸਾਰਾ। ਤਾਂ ਹੁਣ ਸਾਰੇ ਹੀ ਸੁੱਖ ਹੋ ਗਏ ਨੇ, ਹੁਣ ਮੈਂ ਸੌਖਾ ਟਿਕਿਆ ਹੋਇਆ ਹਾਂ ਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਮੈਂ ਸਾਰਾ ਜਗਤ ਜਿੱਤ ਲਿਆ ਹੈ, ਮੈਂ ਵਿਸ਼ਵ ਵਿਜੇਤਾ ਹਾਂ। ਮੈਂ ਸਾਰੇ ਦੁੱਖਾਂ ਨੂੰ ਜਿੱਤ ਲਿਆ ਹੈ, ਮੈਂ ਨੈਗੇਟਿਵਿਟੀ ਉੱਤੇ ਜਿੱਤ ਪਾ ਲਈ ਹੈ, ਚਿੰਤਾ ਤੇ ਜਿੱਤ ਪਾ ਲਈ ਹੈ। ਹੁਣ ਮੈਂ ਖੁਸ਼ ਹਾਂ, ਪ੍ਰਸੰਨ ਹਾਂ, ਕਿਉਂਕਿ ਗੁਰੂ ਨੇ ਮੈਨੂੰ ਹੌਸਲਾ ਦਿੱਤਾ ਕਿ ਤੂੰ ਸਭ ਕੁਝ ਕਰ ਸਕਦਾ ਹੈ, ਤੇਰੇ ਅੰਦਰ ਬਹੁਤ ਵੱਡੀਆਂ ਪੋਸਿਬਿਲਿਟੀਜ਼ ਨੇ, ਤੇਰੇ ਅੰਦਰ ਸ਼ੁਭ ਗੁਣ ਨੇ, ਤੂੰ ਸਕਾਰਾਤਮਕ ਸੋਚ ਸਕਦਾ ਹੈ, ਚਿੰਤਾਵਾਂ ਤੋਂ ਮੁਕਤ ਹੋ ਸਕਦਾ ਹੈ, ਤੂੰ ਖੁਸ਼ ਰਹਿ ਸਕਦਾ ਹੈ, ਪ੍ਰਸੰਨ ਰਹਿ ਸਕਦਾ ਹੈ, ਰੱਬੀ ਰਜ਼ਾ ਵਿੱਚ ਤੁਰ ਸਕਦਾ ਹੈ। ਤੇਰੇ ਅੰਦਰ ਅਨੰਤ ਗੁਣਾਂ ਦੇ ਖਜ਼ਾਨੇ ਭਰੇ ਪਏ ਨੇ, ਤੂੰ ਉਹਨਾਂ ਗੁਣਾਂ ਨੂੰ ਯੂਜ਼ ਕਰਕੇ ਦੁਨੀਆ ਦਾ ਮਹਾਨ ਇਨਸਾਨ ਹੋ ਸਕਦਾ ਹੈ। ਗੁਰੂ ਨੇ ਧਰਵਾਸ ਦਿੱਤਾ ਤੇ ਹੁਣ ਮੈਂ ਸੁਖੀ ਹਾਂ, ਸ਼ਾਂਤ ਹਾਂ, ਮੈਂ ਜਗਤ ਨੂੰ ਜਿੱਤ ਲਿਆ ਹੈ, ਮੈਂ ਵਿਕਾਰਾਂ ਨੂੰ ਜਿੱਤ ਲਿਆ ਹੈ। ਔਰ ਹਕੀਕਤ ਹੈ, ਇਹ ਕੋਈ ਗੱਲਾਂ ਬਨਾਵਟੀ ਨਹੀਂ ਹਨ, ਇਹ ਹਕੀਕਤ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਕਿਵੇਂ ਲੋਕਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਗਿੱਦੜ ਹੋ, ਤੁਸੀਂ ਅਖੌਤੀ ਛੋਟੀਆਂ ਜਾਤਾਂ ਵਾਲੇ ਲੜ ਨਹੀਂ ਸਕਦੇ, ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਹੋ, ਤੁਸੀਂ ਮਜ਼ਦੂਰੀ ਕਰਨ ਵਾਸਤੇ ਹੋ, ਤੁਸੀਂ ਪੈਰਾਂ ਦੀ ਜੁੱਤੀ ਹੋ, ਕੁਛ ਨਹੀਂ ਕਰ ਸਕਦੇ, ਤੁਸੀਂ ਟੋਪੀ ਨਹੀਂ ਪਹਿਨ ਸਕਦੇ, ਘੋੜੇ ਤੇ ਨਹੀਂ ਚੜ ਸਕਦੇ, ਪੱਗ ਨਹੀਂ ਬੰਨ ਸਕਦੇ, ਇਹ ਵੋ। ਪਰ ਗੁਰੂ ਜੀ ਨੇ ਜੁਰਤ ਪੈਦਾ ਕੀਤੀ ਦੁਨੀਆ ਦੇ ਅੰਦਰ ਕਿ ਤੁਸੀਂ ਮਨੁੱਖ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ, ਆਪਣੇ ਹੱਕਾਂ ਲਈ ਲੜ ਸਕਦੇ ਹੋ, ਸੁਖੀ ਔਰ ਸ਼ਾਂਤ ਰਹਿਣਾ, ਅਣਖ ਇੱਜ਼ਤ ਵਾਲੀ ਜ਼ਿੰਦਗੀ ਜੀਣੀ ਤੁਹਾਡਾ ਹੱਕ ਹੈ, ਤੁਹਾਡਾ ਫਰਜ਼ ਹੈ। ਤੇ ਫਿਰ ਜਦੋਂ ਇਹ ਧਰਵਾਸ ਦਿੱਤਾ ਹੈ, ਗਿਆਨ ਆਇਆ, ਤਾਂ ਜਿਨ੍ਹਾਂ ਨੂੰ ਲੋਕ ਚਿੜੀਆਂ ਸਮਝਦੇ ਸਨ ਤੇ ਆਪਣੇ ਆਪ ਨੂੰ ਬਾਜ, ਉਹ ਚਿੜੀਆਂ ਅਖਵਾਉਣ ਵਾਲਿਆਂ ਨੇ ਬਾਜਾਂ ਦੀਆਂ ਡਾਰਾਂ ਨੂੰ ਘੇਰ ਕੇ ਮਾਰਿਆ। ਜਿਹੜੇ ਗਿੱਦੜ ਅਖਵਾਉਣ ਵਾਲੇ ਸਨ, ਉਹਨਾਂ ਨੇ ਸ਼ੇਰ ਅਖਵਾਉਣ ਵਾਲਿਆਂ ਨੂੰ ਐਸਾ ਖਦੇੜਿਆ ਕਿ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭੇ। ਤਾਂ ਨੈਗੇਟਿਵਿਟੀ ਤੇ ਫਤਿਹ ਪਾਈ ਜਾ ਸਕਦੀ ਹੈ, ਨਕਾਰਾਤਮਕਤਾ ਨੂੰ ਜਿੱਤਿਆ ਜਾ ਸਕਦਾ ਹੈ, ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਬਦਲਿਆ ਜਾ ਸਕਦਾ ਹੈ, ਗੁਣ ਅਵਗੁਣਾਂ ਨੂੰ ਗੁਣਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਐਸੀ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਜਦੋਂ ਗੁਰੂ ਜੀ ਨੇ ਮੈਨੂੰ ਇਹ ਦਾਤ ਦਿੱਤੀ ਤਾਂ ਹੁਣ ਮੈਂ ਸੁਖੀ ਹਾਂ, ਹੁਣ ਮੈਂ ਇਸ ਜਗਤ ਨੂੰ ਜਿੱਤ ਲਿਆ ਹੈ। ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਕਿ हे ਪ੍ਰਭੂ ਤੇਰਾ ਦਰਬਾਰ ਬਹੁਤ ਵੱਡਾ ਹੈ ਔਰ ਤੇਰਾ ਤਖਤ ਸੱਚਾ ਹੈ, ਸਦਾ ਥਿਰ ਰਹਿਣ ਵਾਲਾ ਹੈ, ਤੇਰਾ ਹਰ ਫੈਸਲਾ ਸੱਚ ਦੇ ਉੱਤੇ ਆਧਾਰਿਤ ਹੈ, ਤੇਰਾ ਰਾਜ ਬੜਾ ਵੱਡਾ ਹੈ, ਤੇਰੇ ਤੋਂ ਉੱਤੇ ਕੋਈ ਨਹੀਂ ਹੈ। ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ, ਇਹਨੂੰ ਸ਼ਾਹਾਂ ਨਹੀਂ ਪੜਨਾ, ਸ਼ਾਹਾਂ ਬਿੰਦੀ ਲਾਉਣੀ ਹੈ। ਤੇਰਾ ਚਵਰ ਤੇ ਛਤਰ ਅਟਲ ਹੈ, ਤੂੰ ਦੁਨੀਆ ਦੇ ਸਾਰੇ ਸ਼ਾਹਾਂ ਦੇ ਸਿਰ ਤੇ ਪਾਤਸ਼ਾਹ ਹੈ। ਯਾਨੀ ਇਸ ਦੁਨੀਆ ਦਾ ਕੋਈ ਵੀ ਸ਼ਾਹ ਬਾਦਸ਼ਾਹ ਰੱਬੀ ਰਜ਼ਾ ਤੋਂ ਉਲਟ ਕੁਛ ਨਹੀਂ ਕਰ ਸਕਦਾ। ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ, ਨਿਆਉ ਦਾ ਮਤਲਬ ਇਨਸਾਫ, ਉਹੀ ਇਨਸਾਫ ਅਟਲ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ। ਯਾਨੀ ਰੱਬੀ ਰਜ਼ਾ, ਰੱਬੀ ਜੋ ਸਿਸਟਮ ਹੈ, ਇੱਕ ਅਟਲ ਨਿਆਂ ਹੈ ਔਰ ਇਸ ਨਿਆਂ ਤੋਂ ਬਾਹਰ ਕੋਈ ਕੁਛ ਨਹੀਂ ਕਰ ਸਕਦਾ। ਫਾਰ ਐਗਜ਼ਾਮਪਲ, ਅਸੀਂ ਆਕਸੀਜਨ ਨਾਲ ਜਿੰਦਾ ਹਾਂ, ਇੱਕ ਅਟਲ ਨਿਆਂ ਹੈ, ਤਾਂ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦੇ। ਯਾਨੀ ਰੱਬੀ ਜੋ ਕੁਦਰਤ ਦੇ ਨਿਯਮ ਨੇ, ਇਹ ਅਟਲ ਨੇ ਔਰ ਇਹ ਨਿਆਂ ਸਾਰਿਆਂ ਤੇ ਲਾਗੂ ਹੈ।
ਇਸ ਤੋਂ ਕੋਈ ਨਹੀਂ ਬਚ ਸਕਦਾ। ਜੇ ਕੋਈ ਨੈਗੇਟਿਵ ਸੋਚੇਗਾ ਤੇ ਉਹ ਨੈਗੇਟਿਵ ਹੋ ਜਾਏਗਾ, ਪੋਜ਼ਿਟਿਵ ਸੋਚੇਗਾ ਪੋਜ਼ਿਟਿਵ ਹੋ ਜਾਏਗਾ। ਚੰਗੇ ਕਰਮ ਕਰੇਗਾ ਚੰਗੇ ਫਲ ਮਿਲਣਗੇ, ਮੰਦੇ ਕਰਮ ਕਰੇਗਾ ਮੰਦੇ ਫਲ ਮਿਲਣਗੇ ਐਸੇ ਜੀਵਨ ਵਿੱਚ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬ ਨੂੰ ਪਾਉਂਦਾ ਹੈ ਅਸਲ ਦੇ ਵਿੱਚ ਸੱਚਾ ਨਿਆਂ ਉਹੀ ਹੈ। ਮਤਲਬ ਕਿ ਅਸੀਂ ਸੱਚ ਨੂੰ ਅਪਣਾਉਣਾ ਹੈ ਔਰ ਰੱਬੀ ਰਜ਼ਾ ਵਿੱਚ ਤੁਰਨਾ ਹੈ। ਜੇ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਉ, ਜੇ ਪ੍ਰਭੂ ਨੂੰ ਭਾ ਜਾਏ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ। ਜੇ ਪ੍ਰਭੂ ਨੂੰ ਭਾ ਜਾਏ ਯਾਨੀ ਜੇ ਕੋਈ ਰੱਬੀ ਰਜ਼ਾ ਵਿੱਚ ਤੁਰੇ ਤੇ ਨਿਆਸਰੇ ਨੂੰ ਆਸਰਾ ਮਿਲ ਜਾਂਦਾ ਹੈ। ਨਿਆਸਰੇ ਦਾ ਮਤਲਬ ਜੋ ਆਪਣੀ ਤਾਕਤ ਗਵਾ ਚੁੱਕਾ ਹੈ, ਵਿਸ਼ਵਾਸ ਗਵਾ ਚੁੱਕਾ ਹੈ ਕਿ ਮੈਂ ਤਾਂ ਕਾਮਯਾਬ ਹੋ ਹੀ ਨਹੀਂ ਸਕਦਾ। ਜੇ ਰੱਬੀ ਰਜ਼ਾ ਵਿੱਚ ਤੁਰੇ ਤਾਂ ਉਹ ਵੀ ਅਸਲੀਅਤ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਅੰਦਰ ਆਪਣਾ ਮੁਕਾਮ ਹਾਸਲ ਕਰ ਸਕਦਾ ਹੈ। ਉਹਨੂੰ ਵੀ ਸਹਾਰਾ ਮਿਲ ਸਕਦਾ ਹੈ, ਉਹ ਵੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ, ਉਹਨੂੰ ਵੀ ਰੱਬੀ ਸਹਾਰਾ ਮਿਲਦਾ ਹੈ। ਜੋ ਕਿੰਨੀ ਕਰਤਾਰ ਸਾਈ ਭਲੀ ਗੱਲ, ਇਹ ਸਾਈ ਨੂੰ ਸਾਈ ਨਹੀਂ ਬੋਲਣਾ, ਸਾਈ, ਸਾਈ ਦਾ ਮਤਲਬ ਉਹ। ਜੋ ਕਿੰਨੀ ਕਰਤਾਰ ਸਾਈ ਭਲੀ ਗੱਲ, ਜੋ ਕੁਛ ਪ੍ਰਭੂ ਨੇ ਕੀਤਾ ਹੈ ਜੀਵਾਂ ਵਾਸਤੇ ਉਹੀ ਭਲਾ ਹੈ। ਜੋ ਰੱਬ ਨੇ ਕੁਦਰਤ ਦੇ ਨਿਯਮ ਬਣਾਏ ਨੇ ਨਾ, ਜੋ ਕੁਦਰਤੀ ਨਿਯਮ ਨੇ ਇਨਸਾਨ ਵਾਸਤੇ ਉਹ ਭਲੇ ਨੇ। ਉਹਨਾਂ ਨਿਯਮਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਰੱਬੀ ਰਜ਼ਾ ਤੋਂ ਕੁਦਰਤ ਦੇ ਨਿਯਮਾਂ ਤੋਂ ਉਲਟ ਨਹੀਂ ਚੱਲਣਾ ਚਾਹੀਦਾ। ਇਹ ਇਹਦੇ ਭਲੇ ਵਾਸਤੇ ਨੇ। ਇਹਨਾਂ ਨਿਯਮਾਂ ਨੂੰ ਸਮਝ ਕੇ ਉਸ ਨਿਯਮਾਂ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ, ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਜਿਨੀ ਪਛਾਤਾ ਖਸਮ ਸੇ ਦਰਗਾਹ ਮਲ, ਮਲ ਦਾ ਮਤਲਬ ਬਹੁਤ ਸਾਰਾ ਵਿਦਵਾਨਾਂ ਨੇ ਪਹਿਲਵਾਨ ਵੀ ਕੀਤਾ ਹੈ, ਪਰ ਇੱਥੇ ਪਹਿਲਵਾਨ ਨਹੀਂ ਹੈ। ਇੱਥੇ ਮਲ ਦਾ ਮਤਲਬ ਹੈ ਕਿਸੇ ਚੀਜ਼ ਨੂੰ ਮਲ ਲੈਣਾ, ਕਿ ਜਿਵੇਂ ਇਹ ਜਗ੍ਹਾ ਮੈਂ ਮਲ ਲਈ ਹੈ, ਮੇਰੀ ਮੱਲੀ ਹੋਈ ਹੈ। ਮਲ ਦਾ ਮਤਲਬ ਮਲਣਾ, ਪ੍ਰਵਾਨ ਹੋਣਾ। ਜਿਨੀ ਪਛਾਤਾ ਖਸਮ ਸੇ ਦਰਗਾਹ ਮਲ, ਜਿਨ੍ਹਾਂ ਨੇ ਆਪਣੇ ਸੁਆਮੀ ਨੂੰ ਪਹਿਚਾਨ ਲਿਆ ਹੈ, ਸਾਂਝ ਪਾ ਲਈ ਹੈ, ਉਹਨਾਂ ਨੇ ਰੱਬ ਦੀ ਦਰਗਾਹ ਮੱਲ ਲਈ ਹੈ। ਭਾਵ ਰੱਬ ਦੇ ਚਰਨਾਂ ਵਿੱਚ ਥਾਂ ਮੱਲ ਲਈ ਹੈ। ਭਾਵ ਕਿ ਉਹ ਰੱਬ ਦੇ ਚਰਨਾਂ ਵਿੱਚ ਜਾ ਟਿਕੇ ਨੇ, ਰੱਬ ਦੇ ਦਰ ਤੇ ਪ੍ਰਵਾਨ ਹੋ ਗਏ। ਜਿਨ੍ਹਾਂ ਨੇ ਖਸਮ ਨੂੰ ਪਛਾਣਿਆ ਹੈ, ਜਿਨ੍ਹਾਂ ਨੇ ਖਸਮ ਦੇ ਨਾਲ ਸਾਂਝ ਪਾਈ ਹੈ। ਪਛਾਣਨਾ ਹੈ ਨਾ ਅੰਦਰ ਕਿ ਮੇਰੇ ਅੰਦਰ ਸੱਚ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਮੌਜੂਦ ਨੇ। ਤੇ ਜਿਨ੍ਹਾਂ ਨੇ ਆਪਣੇ ਅੰਦਰ ਵਸਦੇ ਰੱਬੀ ਗੁਣਾਂ ਨੂੰ ਪਹਿਚਾਣਿਆ, ਉਹ ਫਿਰ ਇਹਨਾਂ ਗੁਣਾਂ ਦੇ ਅੰਦਰ ਸਮਾ ਕੇ ਉਹਨਾਂ ਗੁਣਾਂ ਦਾ ਹੀ ਰੂਪ ਹੋ ਗਏ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਏ, ਫੇਰੀਏ ਦਾ ਮਤਲਬ ਟਾਲਣਾ। ਤੇਰਾ ਫੁਰਮਾਨ, ਤੇਰਾ ਹੁਕਮ, ਤੇਰੀ ਰਜ਼ਾ ਹਮੇਸ਼ਾ ਹੀ ਠੀਕ ਹੈ, ਸੱਚ ਹੈ। ਕਿਸੇ ਨਾ ਫੇਰੀਏ, ਕਿਨੈ ਨਾ ਫੇਰੀਏ, ਕਿਸੇ ਜੀਵ ਤੋਂ ਕਦੀ ਇਹ ਮੋੜੀ ਨਹੀਂ ਜਾ ਸਕਦੀ, ਕਦੇ ਇਹਨੂੰ ਮੋੜਿਆ ਨਹੀਂ। ਰੱਬ ਦੀ ਰਜ਼ਾ ਨੂੰ ਮੋੜਿਆ ਨਹੀਂ ਜਾ ਸਕਦਾ। ਰੱਬ ਦੇ ਭਾਣੇ ਨੂੰ ਕਿਵੇਂ ਉਲਟਾਓ? ਸੂਰਜ ਨੂੰ ਧਰਤੀ ਦੇ ਚਫੇਰੇ ਘੁੰਮਣ ਕਿਵੇਂ ਲਾਓ? ਸੂਰਜ ਨੂੰ ਸ਼ਾਮ ਨੂੰ ਕਿਵੇਂ ਚੜਾਓਗੇ? ਯਾਨੀ ਰੱਬੀ ਰਜ਼ਾ ਤੋਂ ਉਲਟ ਕੁਛ ਕੀਤਾ ਨਹੀਂ ਨਾ ਜਾ ਸਕਦਾ। ਕਾਰਨ ਕਰਨ ਕਰੀਮ, ਕੁਦਰਤ ਤੇਰੀ ਹੈ। ਕਰੀਮ ਦਾ ਮਤਲਬ ਬਖਸ਼ਿਸ਼ ਕਰਨ ਵਾਲਾ। ਕਾਰਨ ਕਰਨ ਦਾ ਮਤਲਬ ਸ੍ਰਿਸ਼ਟੀ ਦਾ ਕਰਤਾ। ਹੇ ਸ੍ਰਿਸ਼ਟੀ ਦੇ ਰਚਨਹਾਰ, ਹੇ ਜੀਵਾਂ ਉੱਤੇ ਬਖਸ਼ਿਸ਼ ਕਰਨ ਵਾਲੇ। ਕੁਦਰਤ ਤੇਰੀਏ ਦਾ ਮਤਲਬ ਇਹ ਸਾਰੀ ਤੇਰੀ ਰਚਨਾ ਹੈ, ਸਾਰੀ ਤੇਰੀ ਕੁਦਰਤ ਹੈ, ਇਹ ਸਾਰਾ ਤੇਰਾ ਹੀ ਖੇਲ ਹੈ। ਜਿਹੜੇ ਇਸ ਜਗਤ ਨੂੰ ਅਸੀਂ ਵੇਖ ਰਹੇ ਹਾਂ, ਇਹ ਸਾਰੇ ਦਾ ਸਾਰਾ ਸੰਸਾਰ ਤੇਰਾ ਖੇਲ ਹੈ। ਇਹ ਸਾਰਾ ਸੰਸਾਰ ਤੇਰੀ ਰਜ਼ਾ ਔਰ ਭਾਣੇ ਦੇ ਅੰਦਰ ਚੱਲ ਰਿਹਾ ਹੈ, ਔਰ ਤੇਰੀ ਰਜ਼ਾ ਔਰ ਭਾਣੇ ਦੇ ਅੰਦਰ ਹੀ ਹਮੇਸ਼ਾ ਚੱਲਦਾ ਰਹੇਗਾ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਜੋ ਕਲਾਸ ਦੀ ਅਗਲੀ ਕਾਰਵਾਈ ਹੈ ਉਹ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।